ਡੀਡੀ ਪੰਜਾਬੀ ਉਤੇ ਪ੍ਰੋਗਰਾਮ ਕਾਨੂੰਨੀ ਨੁਕਤੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੀਤਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਜੀ। ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਭਾਵੇਂ ਕਿ ਔਰਤਾਂ ਨਾਲ ਸੰਬੰਧਿਤ ਅਪਰਾਧਾਂ ਦੀ ਦਰ ਜਿਹੜੀ ਹੈ ਬਹੁਤ ਘੱਟ ਹੈ, ਪਰ ਫਿਰ ਵੀ ਭਾਰਤ ਵਿੱਚ ਬਹੁਤ ਜ਼ਿਆਦਾ ਉੱਚੇ ਪੱਧਰ ਤੇ ਪਾਈ ਜਾਂਦੀ ਹੈ। ਮਰਦਾਂ ਦੁਆਰਾ ਔਰਤਾਂ ਉੱਤੇ ਕੀਤੇ ਜਾਣ ਵਾਲੇ ਅਪਰਾਧ ਜਿਵੇਂ ਕਿ ਕੋਈ ਫਿਜ਼ੀਕਲ ਕਰੂਅਲਟੀ ਹੋ ਗਈ, ਕੋਈ ਮੈਂਟਲ ਕਰੂਅਲਟੀ ਹੋ ਗਈ, ਸਰੀਰਕ ਸ਼ੋਸ਼ਣ ਕਿਸੇ ਤਰ੍ਹਾਂ ਦਾ ਵੀ ਹੋਵੇ, ਭਾਵੇਂ ਉਹ ਦਾਜ ਨੂੰ ਲੈ ਕੇ ਹੋਵੇ, ਭਾਵੇਂ ਉਹ ਕੰਮ ਕਰਨ ਵਾਲੀ ਜਗ੍ਹਾ ਉੱਤੇ ਕਿਸੇ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾਵੇ ਜਾਂ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਤਸੀਹੇ ਦਿੱਤੇ ਜਾਣ, ਕਈ ਤਰ੍ਹਾਂ ਦੇ ਅਪਰਾਧ ਸਾਡੇ ਸਮਾਜ ਵਿੱਚ ਪਾਏ ਜਾਂਦੇ ਨੇ। ਤੇ ਸਾਡੇ ਅੱਜ ਦੇ ਇਸ ਵਿਸ਼ੇ ਉੱਤੇ ਔਰਤਾਂ ਨਾਲ ਸੰਬੰਧਿਤ ਅਪਰਾਧ, ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਮਾਹਿਰ ਵਕੀਲ ਸਾਹਿਬ ਐਡਵੋਕੇਟ ਮਨਦੀਪ ਸਿੰਘ ਸਚਦੇਵ ਜੀ ਸਾਡੇ ਸਟੂਡੀਓ ਵਿੱਚ ਆਣ ਹਾਜ਼ਰ ਹੋਏ ਨੇ। ਸਤਿ ਸ਼੍ਰੀ ਅਕਾਲ ਜੀ ਵਕੀਲ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵਕੀਲ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਜਿਵੇਂ ਕੰਪਿਊਟਰ ਦਾ ਯੁੱਗ ਹੋ ਰਿਹਾ, ਤੁਹਾਨੂੰ ਵੀ ਲੱਗਦਾ ਹੋਣਾ, ਸਾਡੇ ਦਰਸ਼ਕ ਵੀ ਮਹਿਸੂਸ ਕਰਦੇ ਨੇ ਕਿ ਆਮ ਅਪਰਾਧਾਂ ਨਾਲੋਂ ਜਿਹੜਾ ਸੋਸ਼ਲ ਮੀਡੀਆ ਉੱਤੇ ਅਪਰਾਧ ਹੈਗੇ ਨੇ ਉਹ ਬਹੁਤ ਜ਼ਿਆਦਾ ਵੱਧ ਗਏ ਨੇ। ਇਸੇ ਕਰਕੇ ਔਰਤਾਂ ਨਾਲ ਸੰਬੰਧਿਤ ਅਪਰਾਧ ਜਿਹੜੀ ਉਹ ਤਾਦਾਦ ਹੈ ਬਹੁਤ ਜ਼ਿਆਦਾ ਹੋ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਕਾਫੀ ਅਪਰਾਧ ਹੋ ਰਹੇ ਨੇ। ਪਿੱਛੇ ਜਿਹਾ ਕਾਫੀ ਕੇਸਿਸ ਆਏ ਨੇ ਜਿੱਥੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਫੋਟੋਗ੍ਰਾਫਸ ਭੇਜ ਦਿੱਤੀਆਂ, ਲੋਕਾਂ ਨੂੰ ਗਲਤ ਮੈਸੇजेस ਭੇਜੇ। ਇਸ ਬਾਰੇ ਗਵਰਨਮੈਂਟ ਆਫ ਪੰਜਾਬ ਨੇ ਇੱਕ ਸਪੈਸ਼ਲ ਸੈੱਲ ਬਣਾਇਆ ਹੋਇਆ ਇਨਵੈਸਟੀਗੇਟ ਕਰਨ ਨੂੰ ਜੀ। ਤੇ ਇਹ ਸਾਰੀ ਕੰਪਲੇਂਟ, ਕਿਉਂਕਿ ਦੇਖੋ ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਕੋਈ ਬੰਦਾ ਅਮਰੀਕਾ ਬੈਠਾ ਤੁਹਾਨੂੰ ਮੈਸੇਜ ਭੇਜ ਰਿਹਾ ਹੈ ਤੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ। ਪਿੱਛੇ ਜਿਹਾ ਅਸੀਂ ਕੇਸ ਵੀ ਪਾਇਆ, ਨੋਟਿਸ ਵੀ ਭੇਜਿਆ ਗਵਰਨਮੈਂਟ ਨੂੰ, ਜਿੱਥੇ ਵਿੱਚ ਇਹ ਆਇਆ ਕਿ ਲੇਡੀਜ਼ ਨੂੰ ਕਾਫੀ ਜ਼ਿਆਦਾ ਗਲਤ ਮੈਸੇਜ ਭੇਜੇ ਜਾ ਰਹੇ ਸੀ, ਗਲਤ ਚਿੱਠੀਆਂ ਭੇਜੀ ਜਾ ਰਹੀਆਂ ਸੀ, ਫੋਟੋਗ੍ਰਾਫਸ ਭੇਜੇ ਜਾ ਰਹੀਆਂ ਸੀ। ਤੇ ਪੁਲਿਸ ਨੇ FIR ਦਰਜ ਕਰਕੇ ਹਾਲੇ 2 ਸਾਲ ਹੋ ਗਏ ਉਹਨੂੰ ਫੜਿਆ ਵੀ ਨਹੀਂ ਸੀ। ਤੇ ਉਸ ਬਾਰੇ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਕਿਹਾ ਹੈ ਕਿ ਜੇ ਤੁਸੀਂ ਇਹਨਾਂ ਨੂੰ ਨਹੀਂ ਪਕੜ ਸਕਦੇ ਤਾਂ ਕੱਲ੍ਹ ਨੂੰ ਕੋਈ ਅੱਤਵਾਦੀ ਜਾਂ ਕੋਈ ਹੋਰ ਜਿਹੜਾ ਸਰਕਾਰ ਦੇ ਖਿਲਾਫ ਕੋਈ ਕੰਮ ਕਰੇਗਾ ਉਹਨਾਂ ਨੂੰ ਕਿਵੇਂ ਪਕੜੋਗੇ ਜੀ। ਸੋ ਇਸ ਬਾਰੇ ਵੈਸੇ ਕਾਨੂੰਨ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਐਕਟ ਬਣਿਆ ਹੋਇਆ ਹੈ ਜਿਸ ਵਿੱਚ ਇਹ ਜੁਰਮ ਗਿਣਿਆ ਜਾ ਰਿਹਾ ਹੈ। ਔਰ ਜੇ ਕੋਈ ਗਲਤ ਫੋਟੋਗ੍ਰਾਫ ਤੁਹਾਨੂੰ ਭੇਜਦਾ ਹੈ 67 ਆਫ IT ਐਕਟ ਥੱਲੇ ਸਜ਼ਾ ਵੀ ਹੈ। ਸੋ ਇਹ ਸਾਰਾ ਕਾਨੂੰਨ ਬਣਿਆ ਹੈ, ਬਟ ਹਾਲੇ ਵੀ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਸ਼ੋਧਨ ਦੀ ਲੋੜ ਹੈ ਤਾਂ ਕਿ ਦੁਨੀਆ ਵਿੱਚ ਕਿਤੇ ਵੀ ਬੈਠੇ ਆਦਮੀ ਨੂੰ ਤੁਸੀਂ ਪਕੜ ਸਕੋ। ਜੀ ਜੀ। ਤੇ ਤੁਸੀਂ ਦੇਖਦੇ ਹੋਵੋਗੇ ਕਿ ਜਿਵੇਂ ਬਹੁਤ ਜ਼ਿਆਦਾ ਹੁੰਦਾ ਹੈ ਕਿ ਭਾਵਨਾਤਮਕ ਤੌਰ ਤੇ ਵੀ ਅਪਰਾਧ ਹੁੰਦੇ ਨੇ, ਸਰੀਰਕ ਤੌਰ ਤੇ ਵੀ ਅਪਰਾਧ ਹੋ ਗਏ ਨੇ, ਜਾਂ ਤੁਹਾਡੀ ਸੋਚ ਉੱਤੇ ਇੱਦਾਂ ਦਾ ਪਹਿਰਾ ਲੱਗਾ ਹੁੰਦਾ ਕਿ ਤੁਹਾਨੂੰ ਮਾਨਸਿਕ ਤਸੀਹੇ ਦਿੱਤੇ ਜਾਂਦੇ ਨੇ, ਬਾਰ-ਬਾਰ ਤੁਹਾਨੂੰ ਟੌਰਚਰ ਕੀਤਾ ਜਾਂਦਾ, ਕਹਿ ਲਓ ਪਰਸਿਸਟੈਂਟ ਜਿਹੜੀ ਲਗਾਤਾਰ ਨੈਗਿੰਗ ਨੋਕ ਝੋਕ ਕਰਨੀ ਹੈ। ਇਹ ਕਿੱਦਾਂ ਦੇ ਵਿਵਹਾਰ ਨੇ ਜਿਹੜੇ ਘਰਾਂ ਵਿੱਚ, ਚਾਹੇ ਕਹਿ ਲਓ ਕਿ ਆਪਣੇ ਸਹੁਰੇ ਪਰਿਵਾਰ 'ਚ ਹੈਗਾ ਤੇ ਭਾਵੇਂ ਉਹਨਾਂ ਦੇ ਕਹਿ ਲਓ ਕਿ ਮਾਇਕੇ ਪਰਿਵਾਰ 'ਚ ਹੈ, ਕਿੱਦਾਂ ਦੇ ਬਿਹੇਵੀਅਰ ਹੁੰਦੇ ਨੇ ਜਿਹੜੇ ਹੁੰਦੇ ਨੇ? ਦੇਖੋ, ਸ਼ੁਰੂ ਤੋਂ ਪਹਿਲਾਂ ਤਾਂ ਸਿਰਫ ਜਿਹੜੇ ਲਾਅ ਸੀਗੇ ਉਹ ਸੀਗੇ ਕਿ ਜਿਹੜੀ ਵਿਆਹੀ ਹੋਈ ਔਰਤ ਨੂੰ ਸਤਾਇਆ ਜਾਂਦਾ ਸੀਗਾ ਉਹਦੇ ਬਾਅਦ ਤੇ FIR ਦਰਜ ਕਰ ਲਓ। ਹੁਣ ਡੋਮੈਸਟਿਕ ਵਾਇਲੈਂਸ ਐਕਟ ਨਵਾਂ ਬਣਿਆ ਜਿਸ ਵਿੱਚ ਈਵਨ ਬੇਟੀਆਂ ਜੀ, ਮਾਵਾਂ ਜੀ, ਨੂੰਹ ਵਾਸਤੇ ਤਾਂ ਹੈ ਹੀ ਹੈ ਜੀ। ਸੋ ਇਹ ਸਾਰਾ ਕਾਨੂੰਨ ਉਹਨਾਂ ਨੇ ਸ਼ੋਧ ਕਰਕੇ ਇੱਕ ਨਵਾਂ ਕਾਨੂੰਨ ਬਣਾਇਆ ਹੈ ਜਿਸ ਵਿੱਚ ਅਸੀਂ ਕਾਫੀ ਵਾਰੀ ਦੇਖਿਆ ਹੈ ਕਿ ਈਵਨ ਬੇਟੀਆਂ ਆਪਣੇ ਪਿਤਾ ਜੀ ਤੇ ਕੇਸ ਪਾ ਰਹੀਆਂ ਕਿ ਮੇਰਾ ਜ਼ਬਰਦਸਤੀ ਵਿਆਹ ਨਾ ਕੀਤਾ ਜਾਏ ਜਾਂ ਮੈਨੂੰ ਪੜ੍ਹਾਇਆ ਜਾਏ। ਨੂੰਹਾਂ ਦਾ ਤਾਂ ਚਲੋ ਸਾਰੀ ਪੂਰੀਆਂ ਪਾਵਰਸ ਦਿੱਤੀਆਂ ਹੀ ਗਈਆਂ ਨੇ ਜੀ ਜੀ। ਸੋ ਇਹ ਸਾਰਾ ਕੁਝ ਦੇਖੋ ਸ਼ੁਰੂ ਤੋਂ ਇਹੀ ਹੋ ਰਿਹਾ ਹੈ ਕਿ ਕਾਫੀ ਸਾਲ ਤੋਂ ਨਾਰੀ ਜਾਤ ਨੂੰ ਉਹਨਾਂ ਨੇ ਦਬਾ ਕੇ ਰੱਖਿਆ ਹੋਇਆ ਸੀਗਾ ਜੀ। ਬਿਲਕੁਲ। ਸੋ ਉਸ ਚੀਜ਼ ਨੂੰ ਉੱਪਰ ਲਿਆਉਣ ਵਾਸਤੇ ਕਾਨੂੰਨ ਬਣਾਏ, ਕਿਤੇ ਨਾ ਕਿਤੇ ਮਿਸਯੂਜ਼ ਹੁੰਦੇ ਨੇ, ਬਟ ਜੇ ਮਿਸਯੂਜ਼ ਨਾ ਹੋਣਗੇ ਤਾਂ ਕਾਨੂੰਨ ਜੇ ਅਸੀਂ ਨਾ ਬਣਾਵਾਂਗੇ ਤਾਂ ਫਿਰ ਉਹ ਤਾਂ ਹਮੇਸ਼ਾ ਲਈ ਦਬੀਆਂ ਰਹਿ ਜਾਣਗੀਆਂ ਜੀ ਜੀ। ਸੋ ਡੋਮੈਸਟਿਕ ਵਾਇਲੈਂਸ ਐਕਟ ਵਿੱਚ ਕਾਫੀ ਕੁਝ ਉਹਨਾਂ ਨੇ ਦੇ ਦਿੱਤਾ ਹੈ। ਜਿਹੜੀ ਬੇਟੀ ਹੈ ਉਹ ਆਪਣੇ ਪਿਤਾ ਜੀ ਤੇ ਕੇਸ ਪਾ ਸਕਦੀ ਹੈ, ਈਵਨ ਮਾਂ ਵੀ ਉੱਥੇ ਕੇਸ ਪਾ ਸਕਦੀ ਹੈ, ਕੋਈ ਵੀ ਲੇਡੀ ਜਿਸ ਨੂੰ ਜਿਸ ਹਿਸਾਬ ਨਾਲ ਤੰਗ ਕੀਤਾ ਜਾਂਦਾ ਉਹ ਕੇਸ ਪਾ ਕੇ ਆਪਣਾ ਰਿਲੀਫ ਲੈ ਸਕਦੀ ਹੈ। ਕੋਈ ਵੀ ਜਿਹੜਾ ਇੱਕ ਛੱਤ ਦੇ ਮਤਲਬ ਅੰਦਰ ਰਹਿ ਰਿਹਾ ਹੈਗਾ, ਸ਼ੇਅਰਡ ਹਾਊਸਹੋਲਡ ਉਹਨੂੰ ਕਹਿੰਦਾ ਜੀ ਜੀ, ਜੋ ਕਿ ਇੱਕ ਘਰ ਦੇ ਵਿੱਚ ਇਕੱਠੇ ਰਹਿ ਰਹੇ ਕਿਸੇ ਵੀ ਮਰਦ ਤੋਂ, ਚਾਹੇ ਉਹ ਪਿਤਾ ਹੈ, ਚਾਹੇ ਪਤੀ ਹੈ, ਦੇਰ ਜੇਠ ਹੈ, ਕੋਈ ਈਵਨ ਲੇਡੀਜ਼ ਤੋਂ ਵੀ ਜੀ ਜੀ। ਪਰ ਉਹ ਸ਼ੇਅਰਡ ਹਾਊਸਹੋਲਡ ਮੀਨਸ, ਸ਼ੇਅਰਡ ਹਾਊਸਹੋਲਡ ਮਤਲਬ ਹੈ ਜਿਹੜੇ ਇੱਕ ਰਿਲੇਸ਼ਨਸ਼ਿਪ 'ਚ ਇਕੱਠੇ ਰਹਿ ਰਹੇ ਨੇ ਜੀ ਜੀ, ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਣੇ ਆਪ 'ਚ ਰਿਸ਼ਤੇ ਨਾਲ ਸੰਬੰਧਿਤ ਹੈਗੇ ਨੇ ਇੱਕ ਦੂਜੇ ਨਾਲ, ਇਕੱਠੇ ਰਹਿ ਰਹੇ ਨੇ ਜੀ ਜੀ। ਜਿੱਦਾਂ ਕਹਿ ਲਓ ਕਿ ਕੋਈ ਨੂੰਹ ਵਿਆਹੀ ਆਈ ਆ, ਉਹਨੂੰ ਕੋਈ ਦੇਰ ਜਾਂ ਕੋਈ ਜੇਠ ਸ਼ਰਾਬੀ ਹੈ ਜਾਂ ਵੈਸੇ ਕਿਸੇ ਕਾਰਨ ਕਰਕੇ ਤੰਗ ਕਰਦਾ ਹੈ, ਮਤਲਬ ਜ਼ਰੂਰੀ ਨਹੀਂ ਕਿ ਪਤੀ ਤੇ ਪਤਨੀ ਦਾ ਹੀ ਰਿਸ਼ਤਾ ਹੈਗਾ ਇਹਦੇ ਵਿੱਚ ਕੰਪਲੇਂਟ ਲਈ, ਉਹ ਪਤੀ ਪਤਨੀ ਤੋਂ ਇਲਾਵਾ ਕੋਈ ਵੀ ਰਿਸ਼ਤੇਦਾਰ ਜਿਹੜੇ ਉਸ ਘਰ ਵਿੱਚ ਇਕੱਠੇ ਰਹਿੰਦੇ ਨੇ, ਜਿਹੜੇ ਸ਼ੇਅਰਡ ਹਾਊਸਹੋਲਡ ਹੈ ਜੀ ਜੀ। ਸ਼ੇਅਰਡ ਹਾਊਸ ਦਾ ਮਤਲਬ ਹੈ ਕਿ ਜਿਹੜੇ ਜਿੱਦਾਂ ਜੁਆਇੰਟ ਫੈਮਿਲੀ ਸਿਸਟਮ ਸੀ ਸਾਡਾ ਜੀ, ਸੰਯੁਕਤ ਪਰਿਵਾਰ, ਉਹਦੇ ਵਿੱਚ ਆਉਂਦੇ ਸੀਗੇ, ਉਹਦੇ ਵਿੱਚ ਜਿਹੜੇ ਬੰਦੇ ਰਹਿ ਰਹੇ ਕਿਸੇ ਤੇ ਵੀ ਕੇਸ ਪਾ ਸਕਦੇ, ਚਾਹੇ ਉਹ ਕੋਈ ਚਾਚਾ ਤਾਇਆ ਵੀ ਹੋ ਸਕਦਾ, ਸਾਰਿਆਂ ਦੇ ਜਿਹੜੇ ਇਕੱਠੇ ਰਹਿੰਦੇ ਫੈਮਿਲੀ 'ਚ। ਤੇ ਵਕੀਲ ਸਾਹਿਬ ਮੈਨੂੰ ਇਹ ਦੱਸੋ ਕਿ ਇਹ ਜਿਹੜੀ ਸ਼ਿਕਾਇਤ ਹੈ ਉਹ ਕਿਸ ਰੂਪ 'ਚ, ਕਿਹਦੇ ਦੁਆਰਾ ਤੇ ਕਿੱਥੇ ਕੀਤੀ ਜਾ ਸਕਦੀ ਹੈ? ਦੇਖੋ, ਪ੍ਰੋਟੈਕਸ਼ਨ ਆਫੀਸਰਸ ਬਣਾਏ ਗਏ ਨੇ ਹਰ ਏਰੀਆ ਦੇ ਵਿੱਚ ਜੀ ਜੀ।
ਜੇ ਤੁਸੀਂ ਕਿਸੇ ਐਡਵੋਕੇਟ ਨੂੰ ਅਫੋਰਡ ਨਹੀਂ ਕਰ ਸਕਦੇ ਜਾਂ ਪੁਲਿਸ ਤੁਹਾਡੀ ਗੱਲ ਨਹੀਂ ਸੁਣ ਰਹੀ ਤੇ ਤੁਸੀਂ ਪ੍ਰੋਟੈਕਸ਼ਨ ਆਫੀਸਰ ਕੋਲ ਜਾਓਗੇ। ਉਹ ਤੁਹਾਡੀ ਸਟੇਟਮੈਂਟ ਰਿਕਾਰਡ ਕਰਨਗੇ ਔਰ ਜਿਸ ਹਿਸਾਬ ਦਾ ਤੁਹਾਨੂੰ ਰਿਲੀਫ ਮਿਲਣਾ ਹੈ ਉਸ ਏਰੀਆ 'ਚੋਂ ਤੁਹਾਨੂੰ ਭੇਜ ਦੇਣਗੇ ਜੀ। ਸੋ ਪ੍ਰੋਟੈਕਸ਼ਨ ਆਫੀਸਰ ਹਰ ਏਰੀਆ ਵਾਸਤੇ ਗਵਰਨਮੈਂਟ ਨੇ ਸਾਰੇ ਇੰਡੀਆ 'ਚ ਬਣਾਏ ਨੇ। ਅੱਛਾ ਜੀ। ਤੁਸੀਂ ਇੱਕ ਸਿੰਪਲ ਐਪਲੀਕੇਸ਼ਨ ਲੈ ਕੇ ਜਾਣਾ ਹੈ ਕਿ ਮੈਂ ਇਸ ਗੱਲ ਤੇ ਤੰਗ ਕਰਦੇ, ਫਿਰ ਉਹ ਆਪਣੇ ਆਪ ਸਾਰਾ ਰਿਕਾਰਡ ਤਿਆਰ ਕਰਨਗੇ ਜੀ ਜੀ ਜੀ। ਜੇ ਪੁਲਿਸ ਕੋਲ ਕੰਪਲੇਂਟ ਭੇਜਣੀ ਹੈ ਪੁਲਿਸ ਕੋਲ ਭੇਜ ਦੇਣਗੇ, ਜੇ ਕਿਸੇ ਹੋਰ ਮਹਿਕਮੇ 'ਚ ਭੇਜਣੀ ਹੈ ਤਾਂ ਹੋਰ ਮਹਿਕਮੇ 'ਚ ਭੇਜ ਦੇਣਗੇ ਜੀ ਜੀ। ਜੇ ਕੋਰਟ ਵਿੱਚ ਰੈਫਰ ਕਰਨੀ ਹੈ ਤਾਂ ਕੋਰਟ 'ਚ ਹੀ ਰੈਫਰ ਕਰ ਦੇਣਗੇ ਤੁਹਾਡੀ ਦੋਨਾਂ ਸਾਰੀਆਂ ਪਾਰਟੀਆਂ ਦੀ ਸਟੇਟਮੈਂਟ ਰਿਕਾਰਡ ਕਰਕੇ ਜੀ ਜੀ। ਤੇ ਵਕੀਲ ਸਾਹਿਬ ਇਹ ਮੈਨੂੰ ਥੋੜਾ ਜਿਹਾ ਚਾਨਣਾ ਪਾਓ ਕਿ ਕਈ ਵਾਰੀ ਹੁੰਦਾ ਕਿ ਜਿਹੜੀ ਘਰ ਵਿੱਚ ਪੀੜਤਾ ਹੈਗੀ ਆ, ਔਰਤ ਹੈਗੀ ਵਿਕਟਮ, ਉਹ ਪਹੁੰਚ ਨਹੀਂ ਕਰ ਪਾਉਂਦੀ ਕਿ ਮੈਂ ਪੁਲਿਸ ਨੂੰ ਸ਼ਿਕਾਇਤ ਕਰਾਂ ਜਾਂ ਕਿਸੇ ਪ੍ਰੋਟੈਕਸ਼ਨ ਆਫੀਸਰ ਨੂੰ ਸ਼ਿਕਾਇਤ ਕਰਾਂ, ਬਾਹਰ ਕਿਵੇਂ ਨਿਕਲਾਂ, ਤੇ ਕੀ ਇਦਾਂ ਦੀ ਕੋਈ ਪ੍ਰਾਵਧਾਨ ਹੈਗਾ ਹੈ ਕਿ ਵਿਵਸਥਾ ਹੈਗੀ ਹੈ ਕਿ ਉਹ ਕਿਸੇ ਦੇ ਥਰੂ ਆਪਣੀ ਕੰਪਲੇਂਟ ਦੇ ਸਕਦੀ ਹੈ? ਦੇਖੋ ਵੂਮਨ ਹੈਲਪਲਾਈਨ ਦੇ ਉੱਤੇ ਫੋਨ ਕਰ ਲਓ। ਅੱਛਾ ਜੀ। ਵੂਮਨ ਹੈਲਪਲਾਈਨ ਤੁਹਾਨੂੰ ਰੈਫਰ ਕਰ ਦੇਗੀ ਉਹਨਾਂ ਕੋਲ ਜੀ ਜੀ। ਇਸ ਤੋਂ ਇਲਾਵਾ ਤੁਸੀਂ ਲਿਖ ਕੇ ਕੰਪਲੇਂਟ ਕਿਸੇ ਆਪਣੇ ਰਿਸ਼ਤੇਦਾਰ ਦੇ ਰਾਹੀਂ ਪ੍ਰੋਟੈਕਸ਼ਨ ਆਫੀਸਰ ਕੋਲ ਭੇਜ ਦਿਓ ਜੀ। ਪ੍ਰੋਟੈਕਸ਼ਨ ਆਫੀਸਰ ਉਸ ਕੰਪਲੇਂਟ ਨੂੰ ਐਜ਼ ਅ ਕੰਪਲੇਂਟ ਟ੍ਰੀਟ ਕਰਕੇ ਦੋਨੋਂ ਪਾਰਟੀਆਂ ਨੂੰ ਬੁਲਾਏਗੀ, ਸਟੇਟਮੈਂਟ ਰਿਕਾਰਡ ਕਰੇਗੀ ਔਰ ਜੇ ਉਹਨਾਂ ਨੂੰ ਲੱਗੇਗਾ ਕਿ ਵਾਕਈ ਕੋਈ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ, ਕੋਈ ਫੈਮਿਲੀ ਦੇ ਵਿੱਚ ਵਾਇਲੈਂਸ ਹੋ ਰਹੀ ਹੈ, ਤੇ ਉਹਨੂੰ ਉਹ ਕੰਪਲੇਂਟ ਬਣਾ ਕੇ ਅੱਗੇ ਫਾਰਵਰਡ ਕਰ ਦੇਗੀ ਜੀ ਜੀ। ਬਿਲਕੁਲ। ਅੱਛਾ ਵਕੀਲ ਸਾਹਿਬ, ਇਹਦੇ ਵਿੱਚ ਹੀ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਸਾਂਝੀ ਛੱਤ ਦੇ ਥੱਲੇ ਕਿਸੇ ਵੀ ਤਰ੍ਹਾਂ ਨਾਲ ਇੱਕ ਬੰਦਾ ਦੂਜੇ ਨਾਲ ਰਿਲੇਟਡ ਹੈਗਾ, ਸੰਬੰਧਿਤ ਹੈਗਾ, ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਹੈ ਤਾਂ ਉਹਦੇ ਖਿਲਾਫ ਸ਼ਿਕਾਇਤ ਕਰ ਸਕਦੇ ਹਾਂ। ਤੇ ਹੁਣ ਮਸਲਾ ਇਹ ਆਉਂਦਾ ਹੈ ਕਿ ਜਿਹੜੀ ਘਰ ਦੀ ਚਾਰ ਦੀਵਾਰੀ ਹੈ ਉਹ ਤਾਂ ਹੋਗੀ ਘਰੇਲੂ ਹਿੰਸਾ, ਹੈ ਨਾ, ਆਪਾਂ ਉਹਨੂੰ ਇਹ ਕਹਿੰਦੇ ਆ, ਪਰ ਉਹਦੇ ਵਿੱਚ ਜਿਹੜਾ ਘਰੇਲੂ ਹਿੰਸਾ ਦਾ ਸ਼ਿਕਾਰ ਵਿਅਕਤੀ ਹੈ ਉਹਦੇ ਕੀ ਅਧਿਕਾਰ ਹੈਗੇ ਨੇ? ਉਹ ਪ੍ਰੋਟੈਕਸ਼ਨ ਆਫੀਸਰ ਤੋਂ ਕੀ ਮੰਗ ਕਰ ਸਕਦਾ? ਦੇਖੋ ਹਰ ਤਰੀਕੇ ਦੇ ਅਧਿਕਾਰ ਉਹ 'ਚ ਦਿੱਤੇ ਗਏ ਨੇ। ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਹੈਲਪ ਲੈ ਸਕਦੇ ਜੀ, ਵਿੱਤੀ ਸਹਾਇਤਾ ਕੋਈ ਮੇਨਟੇਨੈਂਸ ਕਹਿੰਦੇ ਨੇ ਜੀ ਜੀ, ਉਹ ਮੇਨਟੇਨੈਂਸ ਮਿਲੇਗੀ ਜੀ। ਜੇ ਕੱਲ ਨੂੰ ਉਹਦੇ ਦਹੇਜ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦਹੇਜ ਦੇ ਵੇਚਣ ਦਾ ਵੀ ਸਟੇ ਮਿਲ ਜਾਏਗਾ ਜੀ ਜੀ ਜੀ। ਜੇ ਉਹ ਤੁਹਾਨੂੰ ਘਰ ਚੋਂ ਜ਼ਬਰਦਸਤੀ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਘਰ ਦਾ ਵੀ ਸਟੇ ਮਿਲ ਜਾਏਗਾ ਜੀ ਜੀ। ਜੇ ਉਹ ਤੁਹਾਡੇ ਬੈਂਕ ਅਕਾਊਂਟਸ ਹੈਗੇ ਨੇ ਉਹ ਚੋਂ ਪੈਸੇ ਕਢਾਉਣ ਦੀ ਕੋਸ਼ਿਸ਼ ਕਰ ਰਹੇ ਉਹਦਾ ਵੀ ਸਟੇ ਮਿਲ ਜਾਏਗਾ। ਜੇ ਤੁਹਾਡੇ ਉਹ ਬਿਜਲੀ ਦੇ ਖਰਚੇ ਜਾਂ ਮੈਡੀਕਲ ਦੇ ਖਰਚੇ ਨਹੀਂ ਦੇ ਰਹੇ ਉਸ ਬਾਰੇ ਵੀ ਆਰਡਰ ਹੋ ਜਾਏਗਾ। ਸੋ ਇਹ ਸਾਰੇ ਬੜਾ ਹੀ ਵਾਸਟ ਉਹਨਾਂ ਨੇ ਕਾਨੂੰਨ ਬਣਾਇਆ ਹੈ ਔਰ ਸਿਰਫ ਤੁਸੀਂ ਸਬੂਤ ਕਰਨਾ ਹੈ ਕਿ ਤੁਹਾਨੂੰ ਕਿਸ ਚੀਜ਼ ਬਾਰੇ ਲੋੜ ਹੈ, ਉਹ ਸਾਰੇ ਰਿਲੀਫ ਉਸ ਐਕਟ ਵਿੱਚ ਹੈ। ਤੇ ਜਿਵੇਂ ਕਿ ਕੋਈ ਪੀੜਤਾ ਦੇ ਕੋਈ ਬੱਚੇ ਵੀ ਹੁੰਦੇ ਨੇ ਤਾਂ ਉਹਨਾਂ ਨਾਲ ਸੰਬੰਧਿਤ ਕਿਵੇਂ ਇਹਦੇ ਵਿੱਚ ਹੈਗਾ ਪ੍ਰਾਵਧਾਨ ਕਿ ਕਿੱਦਾਂ ਕੋਈ ਕਸਟਡੀ ਆਰਡਰ ਲੈ ਸਕਦੀ ਕਿ ਨਹੀਂ? ਹਾਂਜੀ, ਉਸ ਵਿੱਚ ਕਸਟਡੀ ਆਰਡਰ ਵੀ ਮਿਲਣਗੇ ਜੇ ਬੱਚੇ ਉਹਨੂੰ ਬੱਚਾ ਜ਼ਬਰਦਸਤੀ ਖੋਲਿਆ ਗਿਆ ਹੋਵੇ। ਅੱਛਾ ਜੀ। ਜੋ ਬੱਚੇ ਬਾਰੇ ਮੇਨਟੇਨੈਂਸ ਵੀ ਮਿਲੇਗੀ ਜੇ ਉਹਦੇ ਕੋਲ ਹੈ। ਤੇ ਇਸ ਤੋਂ ਇਲਾਵਾ ਜੇ ਬੱਚੇ ਦੇ ਮਜ਼ੇਦਾਰ ਗੱਲ ਹੈ ਕਿ ਮਾਂ ਵੀ ਆਪਣੇ ਬੱਚੇ ਦੇ ਖਿਲਾਫ ਇਹ ਕੇਸ ਪਾ ਸਕਦੀ ਹੈ। ਜੇ ਕੱਲ ਨੂੰ ਬੱਚਾ ਤੰਗ ਕਰਦਾ ਹੈ, ਬੇਟਾ ਨਹੀਂ ਦਿੰਦਾ, ਤਾਂ ਉਹ ਵੀ ਡੋਮੈਸਟਿਕ ਵਾਇਲੈਂਸ ਐਕਟ ਥੱਲੇ, ਸਿਹਤ ਹਾਊਸਹੋਲਡ ਥੱਲੇ ਕਰ ਸਕਦੀ ਹੈ। ਨੋ ਡਾਊਟ ਸੀਨੀਅਰ ਸਿਟੀਜ਼ਨ ਐਕਟ ਵੀ ਬਣਿਆ ਹੋਇਆ ਹੈ ਮਾਪਿਓ ਵਾਸਤੇ ਉਹਨਾਂ ਦੇ ਪਾਣ ਨੂੰ, ਬਟ ਇਸ ਵਿੱਚ ਵੀ ਉਹ ਕੇਸ ਪਾ ਕੇ ਆਪਣੇ ਬੇਟੇ ਤੋਂ ਵੀ ਹੱਕ ਲੈ ਸਕਦੀ ਹੈ ਜੀ ਜੀ। ਇਹ ਤਾਂ ਬਹੁਤ ਹੀ ਬਖੂਬੀ ਗੱਲ ਜਿਹੜੀ ਹੈ ਸਾਡੇ ਦਰਸ਼ਕਾਂ ਦੀ ਨੌਲੇਜ ਵਿੱਚ ਵਾਧਾ ਕਰ ਰਹੀ ਹੈ। ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਹੈ ਕਿ ਜਿਹੜੇ ਹੁੰਦੇ ਨੇ ਕੋਈ ਮਰਦ ਪ੍ਰਧਾਨ ਸਮਾਜ, ਉਹ ਉਹਨੂੰ ਦੱਬ ਕੇ ਰੱਖਦੇ ਨੇ ਕਿਤੇ, ਜੇ ਤੂੰ ਧਮਕੀ ਦਿੰਦੇ ਨੇ ਕਿ ਜੇ ਤੂੰ ਕਿਤੇ ਜਾ ਕੇ ਸ਼ਿਕਾਇਤ ਕੀਤੀ ਤਾਂ ਅਸੀਂ ਇਹਨੂੰ ਇਹ ਕਰ ਦਾਂਗੇ, ਉਹ ਕਰ ਦਾਂਗੇ, ਹੈ ਨਾ। ਤੇ ਉਹ ਜਿਹੜੇ ਬੰਦੇ ਘਰ ਵਿੱਚ ਰਹਿ ਕੇ ਇਹਨੂੰ ਤੰਗ ਕਰਦੇ ਨੇ, ਤੇ ਕੀ ਉਹਨਾਂ ਨੂੰ ਉੱਥੇ ਰਹਿਣ ਦੀ ਜਿਹੜੀ ਇਜਾਜ਼ਤ ਦਿੰਦੀ ਹੈ? ਦੇਖੋ ਦੋ ਤਰੀਕੇ ਦੇ ਰਿਲੀਫ ਇਸ ਐਕਟ ਦੇ ਵਿੱਚ ਹਨ ਜੀ। ਜੇ ਤਾਂ ਤੁਹਾਨੂੰ, ਜੇ ਕੁੜੀ ਨੂੰ ਉਹਦੇ ਆਪਣੇ ਪਰਿਵਾਰ ਵਾਲੇ ਤੰਗ ਕਰ ਰਹੇ ਔਰ ਕੋਲ ਘਰ ਨੂੰ ਹੋਰ ਕੋਈ ਰਹਿਣ ਜਗ੍ਹਾ ਨਹੀਂ ਹੈ, ਤੇ ਕੋਰਟ ਤੁਹਾਨੂੰ ਉਸੇ ਘਰ ਦੇ ਵਿੱਚ ਇੱਕ ਸਪੈਸੀਫਿਕ ਹਿੱਸਾ ਲੈ ਕੇ ਦੇ ਸਕਦੀ ਹੈ ਜਿਸ ਵਿੱਚ ਆਰਡਰ ਕਰ ਦੇਣਗੇ ਕਿ ਉਸ ਦੇ ਪਰਿਵਾਰ ਵਾਲੇ ਉਸ ਹਿੱਸੇ 'ਚ ਨਹੀਂ ਆਉਣਗੇ। ਅੱਛਾ ਜੀ। ਤੇ ਜੇ ਉਸ ਜਗ੍ਹਾ ਤੇ ਉਹ ਸੈਟੀਸਫਾਈਡ ਨਹੀਂ ਹੈ, ਜੇ ਉਹਨੂੰ ਲੱਗਦਾ ਹੈ ਕਿ ਮੈਨੂੰ ਜਿੱਦਾਂ ਹੁਣ ਤੁਸੀਂ ਕਿਹਾ ਕਿ ਘਰ ਦੇ ਚਾਰ ਦੀਵਾਰੀ 'ਚ ਕੁੱਟਣਗੇ ਜਾਂ ਕੀ ਕਰਨਗੇ, ਫਿਰ ਉਹ ਜਾ ਕੇ ਕਿਰਾਏ ਤੇ ਘਰ ਲੈ ਸਕਦੀ ਹੈ ਜਾਂ ਕੋਰਟ ਵੀ ਉਹਨੂੰ ਕਹਿ ਸਕਦੀ ਹੈ ਆਪਣੇ ਘਰ ਵਾਲੇ ਨੂੰ ਕਿ ਇਹਨੂੰ ਕਿਰਾਏ ਦਾ ਘਰ ਲੈ ਕੇ ਕਿਰਾਇਆ ਤੂੰ ਦੇਣਾ ਤੇ ਖਰਚਾ ਤੂੰ ਦੇਣਾ। ਮਤਲਬ ਜੇ ਉਸ ਪਾਰਟਿਕੂਲਰ ਖਾਸ ਘਰ ਵਿੱਚ ਸੇਫ ਨਹੀਂ ਮਹਿਸੂਸ ਕਰਦੀ ਫਿਰ ਵੀ ਕਿਰਾਏ ਤੇ ਵੀ ਲੈ, ਤਾਂ ਵੀ ਉਹ ਕਿਰਾਏ ਦਾ ਜਿਹੜਾ ਖਰਚਾ ਉਹ ਜਿਹੜੇ ਦੇਣਗੇ ਕੋਈ ਸਹੁਰੇ ਵਾਲੇ ਜਾਂ ਪੇਕੇ ਜਿਹੜੇ ਤੰਗ ਕਰਦੇ ਦੇਗਾ ਜੀ ਜੀ, ਹਸਬੈਂਡ ਦੇਗਾ ਤੇ ਉਹਦੇ ਸਾਰੇ ਖਰਚੇ ਰਹਿਣ ਦੇ ਜੀ ਜੀ। ਕਈ ਵਾਰੀ ਕੇਸਾਂ 'ਚ ਅਸੀਂ ਇਹ ਵੀ ਦੇਖਿਆ ਕਿ ਬਿਜਲੀ ਦਾ ਖਰਚਾ ਨਹੀਂ ਦੇ ਰਹੇ ਤਾਂ ਬਿਜਲੀ ਦਾ ਖਰਚਾ ਵੀ ਕੋਰਟ ਪਾਉਂਦੀ ਹੈ, ਪਾਣੀ ਦਾ ਖਰਚਾ ਵੀ ਪਾਉਂਦੀ, ਰੋਟੀ ਦਾ ਵੀ ਪਾਉਂਦੀ ਹੈ ਜੀ ਜੀ। ਵਕੀਲ ਸਾਹਿਬ, ਔਰਤਾਂ ਨਾਲ ਸੰਬੰਧਿਤ ਅਪਰਾਧ ਜਿਹੜੇ ਨੇ ਉਹਦੇ ਵਿੱਚ ਅੱਜ ਦੀ ਤਰੀਕ ਵਿੱਚ ਵੀ ਹਜੇ ਵੀ, ਹਾਲਾਂਕਿ ਇੰਨੇ ਸਖਤ ਕਾਨੂੰਨ ਬਣ ਗਏ ਨੇ, ਹਜੇ ਵੀ ਭਰੂਣ ਹੱਤਿਆ ਵਰਗਾ ਅਪਰਾਧ ਪਾਇਆ ਜਾਂਦਾ, ਉਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਦੱਸੋ। ਦੇਖੋ ਬੜਾ ਅਫਸੋਸ ਦੀ ਗੱਲ ਹੈ, ਸਾਡੇ ਸਾਰੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਕਿ ਸਭ ਤੋਂ ਉੱਚਾ ਜਿਹੜਾ ਹੈਗਾ ਉਹ ਔਰਤ ਦਾ ਜੀ ਜੀ ਜੀ। ਔਰਤ ਨਾ ਹੁੰਦੀ ਤਾਂ ਅੱਜ ਕੋਈ ਮਰਦ ਨਾ ਹੁੰਦਾ, ਬਟ ਫਿਰ ਵੀ ਬੱਚੇ ਮਰ ਜਾਂਦੇ ਨੇ, ਕਾਨੂੰਨ ਮਾਰੇ ਜਾਂਦੇ ਨੇ ਜ਼ਬਰਦਸਤੀ। ਔਰ ਮਜ਼ੇਦਾਰ ਗੱਲ, ਕਈ ਵਾਰੀ ਅਸੀਂ ਦੇਖਿਆ ਹੈ ਕਿ ਮਰਨ ਵਾਲੀ ਵੀ ਔਰਤ ਹੀ ਹੁੰਦੀ ਹੈ ਜੀ। ਸੋ
ਸਭ ਤੋਂ ਵੱਡੇ ਅਫਸੋਸ ਦੀ ਗੱਲ ਹੈ ਕਿ ਗਵਰਨਮੈਂਟ ਨੇ ਤਾਂ ਬੜੇ ਕਾਨੂੰਨ ਬਣਾਤੇ, ਜੀ IPC ਤਹਿਤ ਵੀ ਸਜ਼ਾਵਾਂ ਹਨ, ਜੀ ਡਾਕਟਰ ਆ ਜਿਹੜਾ ਕੋਈ ਪ੍ਰੈਗਨੈਂਸੀ ਟਰਮੀਨੇਟ ਕਰਦਾ ਉਸ ਨੂੰ ਵੀ ਸਜ਼ਾ ਹੈ। ਜੀ ਬਟ ਜਦ ਤੱਕ ਤੁਸੀਂ ਖੁਦ ਜਾਗਰੂਕ ਨਹੀਂ ਹੋਵੋਗੇ, ਜੀ ਜਦ ਤੱਕ ਤੁਹਾਨੂੰ ਨਾ ਕਹਿਣ ਦੀ ਆਦਤ ਨਹੀਂ ਪਏਗੀ, ਲੇਡੀਜ਼ ਦੀ ਗੱਲ ਕਰ ਰਹੇ ਹਾਂ, ਔਰਤ ਦੀ ਗੱਲ ਕਰ ਰਹੇ ਹਾਂ, ਜੀ ਥੋੜੀ ਜਿਹੀ ਆਵਾਜ਼ ਚੁੱਕਣੀ ਪਏਗੀ। ਹਾਂ, ਇਹ ਕਾਨੂੰਨ ਹੈਲਪ ਤਾਂ ਹੀ ਕਰਨਗੇ ਜੀ ਕਿਉਂਕਿ ਦੇਖੋ ਕਾਫੀ ਜ਼ਿਆਦਾ ਔਰਤਾਂ ਅਨਫੋਰਚੂਨੇਟਲੀ ਉਹ ਕਿਸ ਲਈ ਮੰਨ ਜਾਂਦੀਆਂ ਕਿ ਉਹ ਇੰਡੀਪੈਂਡੈਂਟ ਨਹੀਂ ਹੈ। ਜੀ ਬਿਲਕੁਲ। ਸੋ ਮੇਰਾ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਬੱਚੇ ਨੂੰ ਪੜਾਓ, ਜੀ ਉਹਨੂੰ ਇੰਡੀਪੈਂਡੈਂਟ ਕਰੋ ਤਾਂ ਕਿ ਉਹ ਡਿਪੈਂਡੈਂਟ ਨਾ ਹੋਵੇ, ਆਪਣੀ ਜ਼ਿੰਦਗੀ ਖੁਦ ਜੀ ਸਕੇ ਔਖੇ ਟਾਈਮ। ਜੀ ਕਾਨੂੰਨ ਤਾਂ ਦੇਖੋ ਬੜੇ ਹੈ, ਸਜ਼ਾਵਾਂ ਵੀ ਕਾਫੀ ਹੈਵੀ ਹੈ, ਬਟ ਜੇ ਤੁਸੀਂ ਸ਼ਿਕਾਇਤ ਲੈ ਕੇ ਕੋਰਟ ਚ ਆਓਗੇ ਜਾਂ ਪੁਲਿਸ ਕੋਲ ਆਓਗੇ ਤਾਂ ਹੀ ਹੋਏਗਾ ਨਾ ਜੀ ਕਾਨੂੰਨ। ਜੀ ਮਤਲਬ ਪਹੁੰਚਣਾ ਤਾਂ ਤੁਹਾਨੂੰ ਆਪ ਹੀ ਪੈਣਾ ਨਾ, ਥੋੜਾ ਜਿਹਾ ਐਫਰਟ ਕਰਨਾ ਪੈਣਾ, ਮੈਂ ਦੇਖਿਆ ਕਿ ਕਾਫੀ ਕੇਸਿਸ ਵਿੱਚ ਜਿਹੜੀ ਔਰਤ ਹੈ, ਮਾਂ ਹੈ, ਮੈਂ ਮਾਂ ਹੀ ਕਹਾਂਗਾ ਕਿਉਂਕਿ ਉਹ ਬੱਚਾ ਤਾਂ ਮਾਂ ਹੀ ਹੈ, ਮਾਂ ਵਾਸਤੇ ਹੀ ਹੈ ਨਾ ਜੀ ਉਹ ਪੁਲਿਸ ਕੋਲ ਇਸ ਲਈ ਨਹੀਂ ਜਾਂਦੀ ਕਿਉਂਕਿ ਉਹਨੂੰ ਡਰ ਲੱਗਦਾ ਹੈ ਕਿ ਮੇਰੇ ਸਹੁਰਾ ਪਰਿਵਾਰ ਮੈਨੂੰ ਘਰੋਂ ਕੱਢ ਦੇਗਾ ਤੇ ਮੇਰੇ ਕੋਲ ਰੋਟੀ ਖਾਣ ਨੂੰ ਨਹੀਂ ਹੈ। ਬਿਲਕੁਲ। ਸੋ ਕਿਤੇ ਨਾ ਕਿਤੇ ਸੋਸ਼ਲ ਸਿਕਿਉਰਿਟੀ ਸਾਨੂੰ ਗਵਰਨਮੈਂਟ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਸੋਸ਼ਲ ਸਿਕਿਉਰਿਟੀ ਦੇਣ। ਉਸ ਤੋਂ ਇਲਾਵਾ ਖੁਦ ਇੰਡੀਪੈਂਡੈਂਟ ਕਰੋ ਆਪਣੀ ਬੇਟੀਆਂ ਨੂੰ ਐਟਲੀਸਟ, ਤਾਂ ਕਿ ਔਖੇ ਟਾਈਮ ਤੇ ਉਹ ਖੁਦ ਕਮਾ ਕੇ ਰੋਟੀ ਖਾ ਸਕਣ ਔਰ ਲੋਕਾਂ ਦੇ ਮੁਹਤਾਜ ਨਾ ਹੋਵੇ। ਜੀ ਬਿਲਕੁਲ। ਇਹ ਸਾਡੀ ਸਰਕਾਰਾਂ ਨੂੰ ਥੋੜਾ ਜਿਹਾ ਇਹਦੇ ਤੇ ਧਿਆਨ ਦੇਣ ਦੀ ਲੋੜ ਹੈਗੀ ਹੈ। ਤੇ ਵਕੀਲ ਸਾਹਿਬ ਤੁਸੀਂ ਦੇਖਦੇ ਹੋਵੋਗੇ ਕਿ ਸਾਡੇ ਦਰਸ਼ਕ ਵੀ ਜਾਣਦੇ ਨੇ ਕਿ ਹਰ 77 ਮਿੰਟ ਬਾਅਦ ਇੱਕ ਮੌਤ ਜਿਹੜੀ ਹੈ ਉਹ ਹੁੰਦੀ ਹੈ ਸਿਰਫ ਦਾਜ ਦੀ ਮੰਗ ਨੂੰ ਲੈ ਕੇ। ਤੇ ਦਾਜ ਦੀ ਮੰਗ ਨੂੰ ਲੈ ਕੇ ਕਈ ਤਰ੍ਹਾਂ ਦੇ ਮਾਨਸਿਕ ਤਸੀਹੇ ਵੀ ਦਿੱਤੇ ਜਾਂਦੇ ਨੇ ਤੇ ਕੁੱਟਮਾਰ ਵੀ ਹੁੰਦੀ ਹੈ ਤੇ ਕਈ ਤਰ੍ਹਾਂ ਦੇ ਹੋਰ ਧਮਕੀਆਂ, ਥ੍ਰੈਟ ਵੀ ਦਿੱਤੇ ਜਾਂਦੇ ਨੇ। ਤੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਉਹ ਤਸੀਹੇ ਜਿਹੜੇ ਆਪਾਂ ਗਿਣ ਸਕਦੇ ਹਾਂ, ਸ਼ਾਮਿਲ ਕੀਤੇ ਜਾ ਸਕਦੇ ਨੇ ਦਾਜ ਦੀ ਮੰਗ ਨੂੰ ਲੈ ਕੇ, ਤੁਸੀਂ ਉਹਦੇ ਬਾਰੇ ਸਾਡੀ ਦਰਸ਼ਕਾਂ ਨੂੰ ਦੱਸੋ। ਦੇਖੋ, ਜਦੋਂ ਦਾਜ ਦੇ ਕਾਨੂੰਨ ਬਣਾਏ ਸੀਗੇ ਉਸ ਟਾਈਮ ਹਿੰਦੁਸਤਾਨ ਦੇ ਵਿੱਚ ਕਾਫੀ ਹਾਲ ਮਾੜਾ ਸੀ। ਜੀ ਕੁਛ ਹੁਣ ਐਸਾ ਟਾਈਮ ਆ ਗਿਆ ਜਿੱਥੇ ਲੋਕ ਡਰਦੇ ਵੀ ਨੇ। ਪਹਿਲਾਂ ਸੀਗਾ ਕਿ ਲੋਕ ਦਹੇਜ ਕਹਿ ਕੇ ਲੈਂਦੇ ਸੀ, ਹੁਣ ਡਰਦੇ ਆ ਲੈਂਦੇ। ਜੀ ਬਿਲਕੁਲ। ਪਰ ਕਿਤੇ ਨਾ ਕਿਤੇ ਫਿਰ ਵੀ ਉਹ ਜੇ ਤਾਨੇ ਮੈਨੇ ਸਾਰਾ ਕੁਝ ਚੱਲਦਾ ਰਹਿੰਦਾ ਹੈ। ਜੇ ਕਿਸੇ ਨੂੰ ਲਾਲ ਰੰਗ ਪਸੰਦ ਹੈ ਤੇ ਨੂੰਹ ਨੂੰ ਪਿੰਕ ਪਸੰਦ ਹੈ ਤੇ ਉਹਨੂੰ ਲਾਲ ਪਾ, ਉਹ ਕਹਿੰਦੀ ਮੈਂ ਨਹੀਂ ਪਾਣਾ। ਕਈ ਵਾਰੀ ਐਸੇ ਦਹੇਜ ਵਾਸਤੇ ਕਿ ਮੇਰੀ ਜਿਹੜੀ ਵੱਡੀ ਨੂੰਹ ਸੀਗੀ ਉਹ ਤਾਂ ਕਾਰ ਲੈ ਕੇ ਆਈ, ਤੂੰ ਕੀ ਦਿੱਤਾ। ਉਹ ਹੌਲੀ ਤੁਹਾਡਾ ਮਨ ਇੰਨਾ ਬੁਰੀ ਤਰ੍ਹਾਂ ਭਰ ਜਾਂਦਾ ਹੈ ਕਿ ਜਾਂ ਤੁਸੀਂ ਆਪਣੇ ਆਪ ਨੂੰ ਮਾਰ ਲੈਂਦੇ ਹੋ ਜਾਂ ਤੁਸੀਂ ਤੁਹਾਡੀ ਉਹ ਮੌਤ ਕਰ ਦਿੰਦੇ ਨੇ। ਬਿਲਕੁਲ। ਦੇਖੋ, ਕਤਲ ਅੱਗੇ ਹੁੰਦੇ ਸੀਗੇ, ਮੈਂ ਬੜੀ ਵਾਰੀ ਗੱਲ ਕਹੀ, ਸੋਸ਼ਲ ਮੀਡੀਆਜ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਟੋਵ ਦੇਵਤਾ ਸਿਰਫ ਨੂੰਹ ਨੂੰ ਹੀ ਕਿਉਂ ਲੈਂਦਾ ਸੀ। ਬਹੁਤ ਘੱਟ ਕੇਸ ਹੈ ਜਿੱਥੇ ਸੱਸ ਮਰੀ ਹੋਵੇ ਸਟੋਵ ਨਾਲ। ਜੀ ਬਿਲਕੁਲ। ਸੋ ਇਹ ਸਾਰਾ ਕੁਝ ਦੇਖਦੇ ਹੋਏ ਕਾਨੂੰਨ ਬਣੇ, ਪਰ ਕਾਨੂੰਨ ਦੇ ਵਿੱਚ ਹੁਣ ਅੱਜ ਦੀ ਇੱਕ ਪੋਜੀਸ਼ਨ ਹੈ ਜੋ ਲੀਗਲੀ ਮੈਂ ਜ਼ਰੂਰ ਕਵਾਂਗਾ ਕਿ ਅਸੀਂ ਮੰਨਣ ਨੂੰ ਤਿਆਰ ਨਹੀਂ ਹੈ ਉਹ ਸਟ੍ਰੈਸ ਔਰ ਡਿਪਰੈਸ਼ਨ ਔਰ ਟੈਨਸ਼ਨ ਬਾਰੇ। ਜਦੋਂ ਤੁਸੀਂ ਸਟ੍ਰੈਸ ਵਿੱਚ ਆਉਂਦੇ ਹੋ, ਟੈਨਸ਼ਨ 'ਚ ਆਉਂਦੇ ਹੋ, ਡਿਪਰੈਸ਼ਨ ਵਿੱਚ ਆਉਂਦੇ ਹੋ, ਤੁਹਾਨੂੰ ਕਿਸੇ ਡਾਕਟਰ ਦੀ ਲੋੜ ਹੈ, ਸਾਈਕੈਟ੍ਰਿਸਟ ਦੀ ਲੋੜ ਹੈ। ਅਸੀਂ ਉੱਥੇ ਜਾਂਦੇ ਨਹੀਂ। ਹੌਲੀ ਉਹ ਟੈਨਸ਼ਨ ਇੰਨੀ ਵੱਧ ਜਾਂਦੀ ਹੈ ਕਿ ਬੰਦਾ ਆਪਣੇ ਆਪ ਨੂੰ ਮਾਰ ਲੈਂਦਾ ਹੈ। ਅਸੀਂ ਬੜੇ ਦੇਖਦੇ ਹਾਂ ਅੱਜਕੱਲ੍ਹ ਸੁਸਾਈਡਸ ਹੋ ਰਹੀਆਂ, ਕੁੜੀਆਂ ਕੀ ਬੰਦੇ ਵੀ ਬੜੇ ਕਰ ਰਹੇ ਨੇ। ਜੀ ਬਿਲਕੁਲ। ਸੋ ਦਹੇਜ ਦੇ ਨਾਲ ਜਦੋਂ ਮੇਰੀ ਜ਼ਰੂਰ ਮੈਂ ਕਹਾਂਗਾ ਕਿ ਦਹੇਜ ਗਵਰਨਮੈਂਟ ਨੇ ਤਾਂ ਕਾਨੂੰਨ ਬਹੁਤ ਅੱਛੇ ਬਣਾ ਲਏ ਨੇ, ਪਰ ਜਦੋਂ ਤੁਹਾਨੂੰ ਲੱਗੇ ਕਿ ਤੁਹਾਨੂੰ ਸਟ੍ਰੈਸ ਹੋ ਰਿਹਾ ਹੈ, ਤੁਸੀਂ ਡਾਕਟਰਾਂ ਕੋਲ ਜਾਓ, ਆਪਣਾ ਮਨ ਖੋਲਾ ਕਰੋ। ਕੋਈ ਆਪਣੀ ਸਹੇਲੀਆਂ ਨਾਲ ਗੱਲ ਕਰੋ, ਦੋਸਤਾਂ ਨਾਲ ਗੱਲ ਕਰੋ, ਤਾਂ ਕਿ ਤੁਸੀਂ ਐਕਸਟ੍ਰੀਮ ਸਟੈਪ ਡੈਥ ਦਾ ਨਾ ਲਓ। ਬਿਲਕੁਲ। ਤੁਸੀਂ ਮਰ ਜਾਓਗੇ, ਤੁਹਾਡੇ ਬੱਚੇ ਰੁੱਲ ਜਾਣਗੇ, ਤੁਹਾਡਾ ਪਰਿਵਾਰ ਵੀ ਰੁੱਲ ਜਾਏਗਾ। ਸੁਸਾਈਡ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਸੋ ਉਸ ਤੋਂ ਬੈਟਰ ਹੈ ਕਿ ਜੇ ਤੁਹਾਨੂੰ ਕੋਈ ਤੰਗ ਕਰ ਰਿਹਾ ਹੈ, ਤੁਸੀਂ ਕਾਨੂੰਨ ਦੇ ਵਿੱਚ ਡੋਮੈਸਟਿਕ ਵਾਇਲੈਂਸ ਐਕਟ ਥੱਲੇ ਆਓ, ਆਪਣੇ ਆਪ ਨੂੰ ਸੈਲਫ ਸਫੀਸ਼ੀਐਂਟ ਕਰੋ, ਕਮਾਣਾ ਸ਼ੁਰੂ ਕਰੋ, ਮੌਤ ਨਾ ਲਓ ਬਟ ਜ਼ਿੰਦਗੀ ਲਓ। ਬਿਲਕੁਲ ਸਹੀ ਗੱਲ ਹੈ। ਸੋ ਇੰਨਾ ਕੁ ਕਾਨੂੰਨ ਗਵਰਨਮੈਂਟ ਨੇ ਬਣਾ ਦਿੱਤਾ ਹੈ ਕਿ ਤੁਸੀਂ ਆਪਣੇ ਹੱਕ ਮੌਤ ਨਾਲ ਨਹੀਂ ਹੱਲ ਕਰਨੇ। ਤੁਸੀਂ ਹੱਕ ਜ਼ਿੰਦਗੀ ਨਾਲ ਹੱਲ ਕਰੋ, ਤਾਂ ਕਿ ਤੁਸੀਂ ਪੁਲਿਸ ਕੋਲ ਜਾਓ, ਪ੍ਰੋਟੈਕਸ਼ਨ ਆਫਿਸਰ ਕੋਲ ਜਾਓ। ਈਵਨ ਫ੍ਰੀ ਲੀਗਲ ਏਡ ਵਿੱਚ ਵਕੀਲ ਅੱਜ ਕੋਰਟਾਂ ਦੇ ਵਿੱਚ ਫ੍ਰੀ ਲੀਗਲ ਏਡ ਹੈ। ਜੇ ਤੁਸੀਂ ਅਫੋਰਡ ਨਹੀਂ ਕਰ ਸਕਦੇ, ਤੁਸੀਂ ਫ੍ਰੀ ਲੀਗਲ ਏਡ ਉਹਨਾਂ ਕੋਲ ਜਾਓ। ਇੱਕ ਅਰਜੀ ਦੇਣੀ ਹੈ, ਲੇਡੀਜ਼ ਨੂੰ ਤਾਂ ਵੈਸੇ ਹੀ ਫ੍ਰੀ ਹੈ, ਤੇ ਤੁਸੀਂ ਜਾ ਕੇ ਵਕੀਲ ਵੀ ਫ੍ਰੀ ਕਰ ਸਕਦੇ ਹੋ। ਵਕੀਲ ਸਾਹਿਬ, ਤੁਸੀਂ ਦੇਖ ਰਹੇ ਹੋਗੇ ਕਿ ਕਰੂਅਲਟੀ ਜਿਹੜੀ ਹੈ, ਉਤਪੀੜਨ ਹੈ ਜਿਹੜਾ, ਉਹ ਹਰ 9 ਮਿੰਟ ਬਾਅਦ ਜਿਹੜਾ ਹੈਗਾ ਇੱਕ ਡੈਥ ਜਿਹੜੀ ਹੈ ਕਰੂਅਲਟੀ ਨਾਲ ਹੀ ਹੁੰਦੀ। ਜਿਵੇਂ ਕਿ ਤੁਸੀਂ ਦੱਸਿਆ ਕਿ ਉਹ ਸਟ੍ਰੈਸ ਬਣਾਉਂਦੀ ਹੈ, ਤੁਹਾਡੇ ਤੇ ਡਿਪਰੈਸ਼ਨ ਪੈਦਾ ਕਰ ਦਿੰਦੀ ਹੈ, ਫਿਰ ਤੁਸੀਂ ਅੰਦਰੋਂ ਹੀ ਅੰਦਰ ਘੁੱਟਦੇ ਹੋ। ਕਿਸੇ ਨਾਲ ਆਪਾਂ ਸਾਂਝਾ ਨਹੀਂ ਕਰਦੇ, ਉਹ ਸਾਂਝਾ ਕਰਨਾ ਜ਼ਰੂਰੀ ਹੈ ਤਾਂ ਕਿ ਥੋੜਾ ਮਨ ਹਲਕਾ ਹੋਵੇ, ਦੁੱਖੜਾ ਸਾਂਝਾ ਕਰੋ। ਤੇ ਜਿਹੜੀ ਇਹ ਉਤਪੀੜਨ ਹੈ ਜਾਂ ਤਸੀਹੇ ਹੈ, ਇਹ ਕਿਸ ਤਰ੍ਹਾਂ ਦਾ ਬਿਹੇਵੀਅਰ ਹੁੰਦਾ, ਵਿਵਹਾਰ ਹੁੰਦਾ, ਉਹ ਥੋੜ੍ਹੀਆਂ ਉਦਾਹਰਨਾਂ ਦੱਸੋ ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਚੱਲੇ ਕਿ ਇਹ ਵੀ ਕਰੂਅਲਟੀ ਦਾ ਹੀ ਪਾਰਟ ਹੈਗੇ ਨੇ।
ਦੇਖੋ ਮੈਂ ਨਾ ਤੁਹਾਡੀ ਗੱਲ ਤੋਂ ਮੈਨੂੰ ਇੱਕ ਬੜਾ ਵਧੀਆ ਕਿੱਸਾ ਯਾਦ ਆਇਆ ਜੋ ਮੈਂ ਕੇਸ ਲੜਿਆ ਸੀ ਜੀ ਉਸ ਕੇਸ ਵਿੱਚ ਜਦੋਂ ਕੁੜੀ ਮੇਰੇ ਕੋਲ ਆਈ ਨੂੰ ਆਈ ਜੀ ਜੀ ਮੈਨੂੰ ਕਹਿੰਦੀ ਜੀ ਮੇਰੀ ਮਦਰ ਇਨ ਲਾਅ ਨੇ ਮੈਨੂੰ ਚੋਰ ਕਹਿ ਦਿੱਤਾ। ਅੱਛਾ ਜੀ ਹਾਲੇ ਵਿਆਹ ਨੂੰ 2 ਮਹੀਨੇ ਹੋਏ ਸੀ। ਜੀ ਜੀ ਉਹਨਾਂ ਦਾ ਕੇਸ ਸ਼ੁਰੂ ਹੋ ਗਏ 2 ਸਾਲ ਲਿਟੀਗੇਸ਼ਨ ਚੱਲਦੀ ਰਹੀ। 2 ਸਾਲ ਬਾਅਦ ਮੇਰੇ ਆਫਿਸ 'ਚ ਹੀ ਬੈਠ ਕੇ ਕੰਪਰੋਮਾਈਜ਼ ਹੋਇਆ। ਜਦੋਂ ਕੰਪਰੋਮਾਈਜ਼ ਨੂੰ ਘਰ ਜਾਣ ਲੱਗੀ ਤਾਂ ਮੈਂ ਉਹਨੂੰ ਕਿਹਾ ਸੱਸ ਨੂੰ, ਮੈਂ ਕਿਹਾ ਜੀ ਤੁਸੀਂ ਇੱਕ ਜਵਾਬ ਮੈਨੂੰ ਦੇ ਜਾਓ ਕਿ ਤੁਹਾਡੀ ਇਹ ਲੜਾਈ ਦਾ ਰੀਜ਼ਨ ਇੱਕੋ ਹੀ ਸੀਗਾ ਕਿ ਤੁਹਾਡੀ ਕੁੜੀ ਨੂੰ ਤੁਸੀਂ ਆਪਣੀ ਨੂੰਹ ਨੂੰ ਚੋਰ ਕਹਿਤਾ ਸੀਗਾ। ਇਹ ਮੇਰੇ ਕੋਲ ਆ ਕੇ ਇਹਨੇ ਹੋਰ ਕੁਝ ਨਹੀਂ ਕਿਹਾ ਸੀ। ਜੀ ਜੀ ਉਹ ਕਹਿੰਦੀ ਜੀ ਮੈਨੂੰ ਦੱਸੋ ਮੈਂ ਕਦੋਂ ਚੋਰ ਕਿਹਾ। ਉਹ ਨੂੰ ਕਹਿੰਦੀ ਜੀ ਜਦੋਂ ਤੁਸੀਂ ਇੱਕ ਵਾਰੀ ਕਿੱਟੀ ਪਾਰਟੀ ਤੇ ਗਏ ਸੀਗੇ ਤੇ ਪਿੱਛੋਂ ਮੈਨੂੰ ਕਹਿ ਗਏ ਸੀ ਫ੍ਰਿਜ ਵਿੱਚ ਮਠਾਈ ਪਈ ਆ ਸੰਭਾਲ ਕੇ ਰੱਖੀ ਤੇ ਕਹਿੰਦੀ ਜਦੋਂ ਤੁਸੀਂ ਵਾਪਸ ਆਏ ਤੁਸੀਂ ਕਿਹਾ ਜੀ ਕਿ ਇਹ ਚੋਰ ਖਾ ਗਿਆ। ਓਹੋ ਤੇ ਉਹ ਫਿਰ ਨੂੰਹ ਨੇ ਅੱਗੋਂ ਸੱਸ ਨੇ ਜਵਾਬ ਦਿੱਤਾ, ਕਹਿੰਦਾ ਬੇਟਾ ਤੂੰ ਮੇਰੀ ਗੱਲ ਸਮਝੀ ਨਹੀਂ ਜੀ ਮੇਰੇ ਤੋਂ ਬਾਅਦ ਤੂੰ ਇਸ ਘਰ ਦੀ ਮਾਲਕ ਹੈ। ਜੀ ਜੀ ਘਰ ਨੌਕਰਾਂ ਵਾਲਾ ਸੀ ਜੀ ਜੇ ਮਾਲਕ ਧਿਆਨ ਨਹੀਂ ਰੱਖਣਗੇ ਤਾਂ ਨੌਕਰ ਚੋਰੀ ਕਰਨਗੇ। ਮਤਲਬ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਈ ਵਾਰੀ ਹਾਂ ਮੈਂ ਉਹੀ ਦੱਸ ਰਿਹਾ ਨਾ ਜੀ। ਫਿਰ ਉਸ ਟਾਈਮ 2 ਸਾਲ ਬਾਅਦ ਕਲੀਅਰ ਹੋਈ। 2 ਸਾਲ ਕਿੰਨੇ ਕੇਸ ਚੱਲੇ, ਕਿੰਨੇ ਖਰਚੇ ਇੱਕ ਦੂਜੇ ਤੇ ਐਲੀਗੇਸ਼ਨ ਲੱਗੀਆਂ। ਫਿਰ ਉਸ ਕੁੜੀ ਨੂੰ ਸਮਝਾਇਆ। ਫਿਰ ਮੈਂ ਇੱਕੋ ਗੱਲ ਦੋਨਾਂ ਨੂੰ ਸਮਝਾਈ ਕਿ ਆਪਸ ਵਿੱਚ ਗੱਲ ਕਰ ਲਿਆ ਕਰੋ। ਜੀ ਜੀ ਗੱਲ ਕਰ ਲੈਣੀ ਜਦ ਤੱਕ ਤੁਸੀਂ ਵਧੀਆ। ਦੂਜੇ ਨਾਲ ਗੱਲ ਨਹੀਂ ਕਰੋਗੇ ਜੀ 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 ਉਹੀ ਸਵਾਲ ਜੇ ਸੱਸ ਨੂੰ ਆਪਣੀ ਪੁੱਛ ਲੈਂਦੀ ਕਿ ਤੁਸੀਂ ਮੈਨੂੰ ਚੋਰ ਕਿਉਂ ਕਿਹਾ ਜੀ ਤੇ ਉਹੀ ਸਮਝਾ ਦਿੰਦੀ ਸੱਸ ਗੱਲ ਆਪਣੀ clear ਨੂੰਹ ਹੋ ਨੂੰ ਜਾਂਦੀ ਘੱਟੋ ਤੇ ਘੱਟ। ਉਹ ਅੱਜ ਨਾ ਕੋਟਾਂ ਵਿੱਚ ਆਂਦੀ ਨਾ 2 ਸਾਲ ਲੜਾਈ ਹੁੰਦੀ। ਸ਼ੁਕਰ ਹੈ ਉਹ ਨਾ ਇਕੱਠੇ ਹੋ ਰਿਸ਼ਤੇ ਗਏ, ਖਰਾਬ ਤਲਾਕ ਨਾ ਹੁੰਦੇ। ਹੋਇਆ। ਜੀ 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 ਸੋ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ। ਤੁਸੀਂ ਗੱਲ ਕੀਤੀ ਸੀਗੀ ਕਿ ਗੱਲ ਕਰੋ। ਜਦੋਂ ਦੇ ਅਸੀਂ ਬਿਜ਼ੀ ਹੋਏ ਆ, ਜਦੋਂ ਦੀ ਅਸੀਂ ਕੰਪੋਜ਼ਿਟ ਫੈਮਿਲੀਜ਼ ਚ ਆਏ ਆ, ਸਾਡੀ ਜੁਆਇੰਟ ਫੈਮਿਲੀ ਸਿਸਟਮ ਟੁੱਟ ਗਿਆ। ਜੀ ਜੀ ਬਿਲਕੁਲ ਤੁਹਾਡੇ ਕੋਲ ਗੱਲ ਕਰਨ ਵਾਲਾ ਕੋਈ ਨਹੀਂ। ਬਿਲਕੁਲ ਤੁਹਾਡੇ ਹਸਬੰਡ ਨੇ ਕਹਿ ਦਿੱਤਾ ਜੀ ਮੈਨੂੰ ਪੈਸੇ ਦੀ ਲੋੜ ਹੈ, ਜੇ ਮੇਰੇ ਲॉज ਹੈਲਪ ਕਰ ਦੇਣ। ਤੁਹਾਨੂੰ ਲੱਗਦਾ ਕਿ ਇਹ ਪੈਸੇ ਮੰਗ ਰਿਹਾ। ਜੀ ਜੀ ਤੁਹਾਡੇ ਮਦਰ ਇਨ ਲਾਅ ਨੇ ਕਹਿ ਦਿੱਤਾ ਕਿ ਮੈਂ ਤਾਂ ਕਾਰ ਮੈਨੂੰ ਬੜੀ ਪਸੰਦ ਸੀਗੀ, ਤੂੰ ਤਾਂ ਕਾਰ ਹੀ ਨਹੀਂ ਲੈ ਕੇ ਆਈ। ਜੀ ਜੀ ਅਸੀਂ ਤਾਂ ਆਪਣੀ ਕੁੜੀ ਨੂੰ ਕਾਰ ਦਿੱਤੀ ਸੀ। ਜੀ ਜੀ ਜਾਂ ਫਾਦਰ ਇਨ ਲਾਅ ਨੇ ਕਹਿ ਦਿੱਤਾ ਜੀ ਸੂਟ ਦਾ ਰੰਗ ਨਹੀਂ ਮੈਨੂੰ ਪਸੰਦ ਆਇਆ, ਜਾਂ 골ਡ ਦੀ ਜਿਹੜੀ ਚੇਨ ਪਾਈ ਉਹ ਠੀਕ ਨਹੀਂ ਪਾਈ। ਜੀ ਜੀ ਇਹ ਸਾਰੀਆਂ ਚੀਜ਼ਾਂ ਮਨ 'ਚ ਗ੍ਰਹਿਣ ਕਰ ਜਾਂਦੀਆਂ ਕਿ ਮੇਰੇ ਇਨ ਲਾਅਸ ਫੈਮਿਲੀ ਮੇਰੀ ਬੇਇੱਜ਼ਤੀ ਕਰ ਰਹੇ ਨੇ ਜਾਂ ਮੇਰੇ ਫੈਮਿਲੀ ਦੀ ਬੇਇੱਜ਼ਤੀ ਕਰ ਰਹੇ ਨੇ। ਜੀ ਜੀ ਜੇ ਇਹੀ ਆਪਣੇ ਕਿਸੇ ਨਾਲ ਗੱਲ ਕਰੇ ਜੀ ਜੀ ਤੇ ਉਹ ਕਹੇ ਕਿ ਹਰ ਘਰ ਦੀ ਕਹਾਣੀ ਹੈ। ਕਿਸੇ ਨੂੰ ਲਾਲ ਰੰਗ ਪਸੰਦ ਹੈ, ਕਿਸੇ ਨੂੰ ਪੀਲਾ ਪਸੰਦ ਹੈ, ਕਿਸੇ ਨੂੰ ਨੀਲਾ ਪਸੰਦ ਹੈ। ਹਰ ਆਦਮੀ ਇੱਕ ਨਹੀਂ ਹੈ ਜੀ ਜੀ ਤੇ ਉਹ ਆਪਣਾ ਮਨ ਹੌਲਾ ਕਰ ਸਕਦੇ। ਜੀ ਪਰ ਉਹ ਜਿੱਦਾਂ ਜਿੱਦਾਂ ਟਾਈਮ ਬੀਤਦਾ 6 ਮਹੀਨੇ ਸਾਲ ਉਹ ਇੰਨਾ ਕੁ ਕੁੜੱਤਨ ਵੀ ਭਰ ਜਾਂਦੀ ਹੈ ਮਨ ਦੇ ਵਿੱਚ, ਗੁੱਸਾ ਵੀ ਆ ਜਾਂਦਾ ਹੈ ਤੇ ਫਰਸਟ੍ਰੇਸ਼ਨ ਵੀ ਆ ਜਾਂਦੀ। ਜੀ ਬਿਲਕੁਲ ਫਰਸਟ੍ਰੇਸ਼ਨ ਤੁਹਾਨੂੰ ਗਲਤ ਸਟੈਪ ਲੈਣ ਨੂੰ ਮਜਬੂਰ ਕਰਦੀ ਹੈ। ਜੀ 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 ਸੋ ਮੈਂ ਕਈ ਵਾਰੀ ਕਿਹਾ ਹੈ ਕਿ ਤੁਹਾਡੀ ਫੈਮਿਲੀ ਕੋਰਟ ਆਉਣ ਤੋਂ ਪਹਿਲਾਂ ਤੁਹਾਨੂੰ ਸਾਈਕੈਟ੍ਰਿਸਟ ਕੋਲ ਜਾਣਾ ਚਾਹੀਦਾ ਹੈ ਕਿ ਤੁਹਾਡੀਆਂ ਮੈਰਿਟਲ ਪ੍ਰੋਬਲਮਸ ਕੀ ਹੈ। ਕਿਉਂਕਿ ਸਾਡੇ ਨਾ ਇੱਕ ਬੜੀ ਗਲਤ ਜੀ ਸੋਚ ਹੈ ਕਿ ਸਾਈਕੈਟ੍ਰਿਸਟ ਕੋਲ ਤਾਂ ਪਾਗਲ ਜਾਂਦੇ ਨੇ। ਜੀ ਬਿਲਕੁਲ ਬਚਪਨ ਤੋਂ ਸਾਨੂੰ ਇਹ ਕਿਹਾ ਜਾਂਦਾ ਹੈ, ਜਦ ਕਿ ਇਹ ਗੱਲ ਨਹੀਂ ਹੈ। ਜੀ ਜੀ ਸਾਈਕੈਟ੍ਰਿਸਟ ਕੋਲ ਇੱਕ ਬੰਦਾ ਜਿਹੜਾ ਸਟ੍ਰੈਸ ਵਾਲਾ ਜਾਂਦਾ ਆਪਣਾ ਮਨ ਹੌਲਾ ਕਰਨ। ਜੀ ਜੀ ਬਿਲਕੁਲ ਜੋ ਜੋ ਅਸੀਂ ਮਨ ਹੌਲਾ ਆਪਣੇ ਦੋਸਤਾਂ ਨਾਲ ਕਰਦੇ ਸੀ, ਸਹੇਲੀਆਂ ਨਾਲ ਕਰਦੇ ਸੀ, ਉਹ ਸਾਡੇ ਕੋਲ ਹੁਣ ਹੈ ਹੀ ਨਹੀਂ ਹੈ, ਟਾਈਮ ਹੀ ਨਹੀਂ ਹੈ ਕਿਸੇ ਜੀ ਕੋਲ। ਜੀ ਸੋ ਅਸੀਂ ਇੱਕ ਪ੍ਰੋਫੈਸ਼ਨਲ ਕੋਲ ਜਾਂਦੇ ਹਾਂ। ਜੀ ਸੋ ਜਦੋਂ ਵੀ ਤੁਹਾਨੂੰ ਕੋਈ ਸਟ੍ਰੈਸ ਹੋਵੇ ਕਿਸੇ ਇਨਸਾਨ ਨੂੰ, ਲੇਡੀ ਨੂੰ, ਆਦਮੀ ਨੂੰ, ਉਹ ਆਪਣਾ ਗਲਤ ਸਟੈਪ ਲੈਣ ਤੋਂ ਬੈਟਰ ਹੈ ਕਿਸੇ ਡਾਕਟਰ ਕੋਲ ਪੇਡ ਸਟ੍ਰੈਸ ਡੀ-ਸਟ੍ਰੈਸ ਹੋ ਜਾਵੇ। ਜੀ 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 ਕਿਉਂਕਿ ਆਪਣੇ ਕੋਲ ਤਾਂ ਹੁਣ ਆਪਣੀ ਜ਼ਿੰਦਗੀ ਵਿੱਚ ਕੋਈ ਟਾਈਮ ਹੀ ਨਹੀਂ ਰਹਿ ਗਿਆ। ਹਰ ਬੰਦਾ ਬਿਜ਼ੀ ਹੈ ਆਪਣੀ ਫੈਮਿਲੀ ਵਿੱਚ। ਬਿਜ਼ੀ ਲਾਈਫ ਹੋ ਗਈ ਆ। ਤੇ ਵਕੀਲ ਸਾਹਿਬ ਇੱਕ ਭਾਰਤੀ ਦੰਡ ਸੰਹਿਤਾ ਇੰਡੀਅਨ ਪੈਨਲ ਕੋਡ ਵਿੱਚ ਇੱਕ ਵਿਵਸਥਾ ਕੀਤੀ ਗਈ ਹੈ ਸਟਾਕਿੰਗ ਨਾਮ ਦਾ ਜਿਹੜਾ ਹੈਗਾ ਨਾ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਦੱਸੋ ਕਿ ਸਟਾਕਿੰਗ ਕੀ ਚੀਜ਼ ਹੈ। ਦੇਖੋ ਅਸੀਂ ਕਾਫੀ ਵਾਰੀ ਦੇਖਿਆ ਹੈ ਕਿ ਇੱਕ ਕੁੜੀ ਦੇ ਮਗਰ ਸਾਈਕਲ ਲੈ ਕੇ ਬੰਦਾ ਤੁਰਨ ਲੱਗ ਪੈਂਦਾ। ਜੀ ਜੀ ਬੁਲਾਉਂਦਾ ਨਹੀਂ ਹੈ, ਗੱਲ ਨਹੀਂ ਕਰਦਾ, ਪਰ ਉਸ ਕੁੜੀ ਨੂੰ ਰੋਜ਼ ਪਤਾ ਹੁੰਦਾ ਹੈ ਕਿ ਮੇਰੇ ਮਗਰ ਆ ਰਿਹਾ। ਅੱਛਾ ਜੀ ਉਹਨੂੰ ਸਟਾਕਿੰਗ ਕਹਿੰਦੇ। ਮਤਲਬ ਫੋਲੋ ਕਰਨਾ ਉਹਨੂੰ ਹਾਂ, ਡੇਲੀ। ਜਾਂ ਕਿਸੇ ਨੂੰ ਤਾਨੇ ਮਾਰਨਾ। ਜੀ ਜੀ ਜਿੱਦਾਂ ਤੁਸੀਂ ਨਿਕਲ ਰਹੇ ਹੋ, ਜੇ ਤੁਸੀਂ ਅੱਗੇ ਜਾਂਦੇ ਪਏ ਹੋ ਤੇ ਪਿੱਛੋਂ ਕਹਿੰਦਾ ਤੁਹਾਡਾ ਸੂਟ ਬਹੁਤ ਸੋਹਣਾ ਹੈ, ਜੀ ਜੀ ਆ ਸੈਂਡਲ ਬਹੁਤ ਸੋਹਣੀ ਹੈ। ਅਸੀਂ ਕਾਫੀ ਵਾਰ ਦੇਖਿਆ ਸੜਕਾਂ ਦੇ ਉੱਤੇ। ਸੋ ਇਸ ਨੂੰ ਉਹਨਾਂ ਨੇ ਸਜ਼ਾ ਬਣਾਤੀ ਹੈ। ਜੀ ਜੀ ਤੇ ਸਟਾਕਿੰਗ ਮਤਲਬ ਫਿਜ਼ੀਕਲ ਰੂਪ 'ਚ ਹੀ ਹੋਏਗੀ ਕਿ ਹਾਂ ਤੁਹਾਨੂੰ ਕੋਈ ਫੋਲੋ ਕਰ ਰਿਹਾ ਜਾਂ ਕੁਛ, ਜਾਂ ਜਿਵੇਂ ਕਿ ਕੰਪਿਊਟਰ ਦਾ ਯੁੱਗ ਹੈ ਉਹਦੇ ਵਿੱਚ ਵੀ ਕੁਝ ਐਦਾਂ ਦਾ ਹੈਗਾ ਕਿ ਸਟਾਕਿੰਗ ਕਵਾਂਗੇ ਆਪਾਂ। ਕੰਪਿਊਟਰ ਤੇ ਵੀ ਸਟਾਕਿੰਗ ਹੋਗੀ ਜੇ ਸਪੋਜ਼ ਤੁਹਾਡਾ ਕੋਈ ਆਈਡੀ ਦੇ ਉੱਤੇ ਬਾਰ-ਬਾਰ ਤੁਹਾਨੂੰ ਲਿਖੀ ਜਾਏ, ਤੁਹਾਨੂੰ ਤੰਗ ਕਰੀ ਜਾਏ ਔਰ ਉਹ ਇੰਟੈਂਸ਼ਨਲੀ ਤੁਹਾਨੂੰ ਹਰਾਸ ਕਰ ਰਿਹਾ ਹੋਵੇ, ਜੀ ਜੀ ਉਹ ਵੀ ਆਈਟੀ ਐਕਟ ਥੱਲੇ ਵੀ ਪਨਿਸ਼ੇਬਲ ਹੈ, ਸਟਾਕਿੰਗ ਥੱਲੇ ਵੀ ਪਨਿਸ਼ੇਬਲ ਹੈ। ਜੀ ਜੀ ਤੇ ਇਹ ਤਾਂ ਗੱਲ ਆਪਾਂ ਕਰ ਲਈ ਭਾਰਤੀ ਦੰਡ ਸੰਹਿਤਾ ਇੰਡੀਅਨ ਪੈਨਲ ਕੋਡ ਵਿੱਚ ਸਟਾਕਿੰਗ ਦੀ। ਤੇ ਪਿੱਛੇ ਜੇ ਇੱਕ ਵਿਵਸਥਾ ਹੋਈ ਸੀਗੀ ਕਿ ਜਿਹੜਾ ਐਸਿਡ ਅਟੈਕ ਹੈਗਾ ਬਹੁਤ ਹੀ ਇੰਪੋਰਟੈਂਟ ਉਹ ਲਾਅ ਬਣਾਇਆ ਗਿਆ ਹੈਗਾ। ਉਹ ਜਿਵੇਂ ਕਿ ਸਮੇਂ ਦੀ ਲੋੜ ਵੀ ਸੀ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਸੀਗੀਆਂ। ਤੇ ਤੁਸੀਂ ਉਹਦੇ ਬਾਰੇ ਦਰਸ਼ਕਾਂ ਨੂੰ ਦੱਸੋ ਕਿ ਉਹ ਕਿਸ ਤਰ੍ਹਾਂ ਦਾ ਅਪਰਾਧ ਹੈ ਤੇ ਉਹਦੇ ਤੇ ਕਿੱਦਾਂ ਐਕਸ਼ਨ ਲਿਆ ਜਾ ਸਕਦਾ। ਦੇਖੋ
ਮੌਤ ਤੋਂ ਵੀ ਮਾੜੀ ਚੀਜ਼ ਹੈ ਕਿਸੇ ਦਾ ਮੂੰਹ ਖਰਾਬ ਕਰ ਦੇਣਾ। ਜੀ ਜੀ ਅਸੀਂ ਕਈ ਵਾਰੀ ਦੇਖਿਆ ਹੈ ਕਿ ਲੋਕਾਂ ਦੀ ਫੇਸ ਡਿਸਫਿਗਰ ਹੋ ਗਿਆ, ਪਿੱਛੇ ਪਿਕਚਰ ਵੀ ਆਈ ਸੀਗੀ। ਜੀ 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 ਸੋ ਇਹ ਸਾਰੀਆਂ ਚੀਜ਼ਾਂ ਵਾਸਤੇ ਇੱਕ ਉਹਨਾਂ ਨੇ ਸਪੈਸੀਫਿਕ ਐਕਟ ਬਣਾਤਾ, ਜਿਹਨੂੰ ਉਹਨਾਂ ਨੇ ਕਿਹਾ ਕਿ ਐਸਿਡਿਕ ਦੇ ਨਾਲ ਕੋਈ ਅਟੈਕ ਕਰੋਗੇ ਤਾਂ ਉਹਦੀ ਸਜ਼ਾ ਮਿਲੇਗੀ। ਜੀ ਜੀ ਬਿਲਕੁਲ। ਆਮ FIR ਵਾਕਨ ਹੀ FIR ਦਰਜ ਹੁੰਦੀ ਹੈ। ਸੋ ਤੁਸੀਂ FIR ਦਰਜ ਕਰੋਗੇ, ਜੀ ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਐਕਟ ਬਣਾਇਆ ਹੈ, ਇੱਕ ਸਪੈਸ਼ਲ ਸੈਕਸ਼ਨ ਐਡ ਕੀਤਾ ਹੈ, ਔਰ ਜੇ ਤੁਹਾਡੀ ਡਿਸਫਿਗਰਮੈਂਟ ਹੁੰਦੀ ਹੈ ਤੇ ਉਸ ਦੀ ਸਜ਼ਾ ਆਮ 326 ਤੋਂ ਵੀ ਜ਼ਿਆਦਾ ਹੈ, ਡੇਂਜਰਸ ਹੈ। ਜੀ ਜੀ। ਤੇ ਜਿਵੇਂ ਕਿ ਕੋਈ ਜਿਹੜੀ ਪੀੜਤਾ ਹੈਗੀ ਹੈ ਉਹਦੀ ਕੋਈ FIR ਨਹੀਂ ਦਰਜ ਕਰਦਾ, ਕੋਈ ਪਰਚਾ ਨਹੀਂ ਦਰਜ ਕਰਦਾ ਥਾਣੇ ਵਿੱਚ, ਜਾਂ ਕੋਈ ਟੈਲੀਫੋਨਿਕਲੀ ਉਹ ਲਿਖਾਉਂਦੀ ਹੈ ਆਪਣੀ ਸ਼ਿਕਾਇਤ, ਤਾਂ ਉਹਦੇ ਤੋਂ ਇਲਾਵਾ ਹੋਰ ਉਹਦੇ ਕੋਲ ਕੀ ਵਿਵਸਥਾ ਹੈਗੀ ਹੈ ਕਿ ਕਿੱਦਾਂ ਉਹ ਸ਼ਿਕਾਇਤ ਦਰਜ ਕਰਾ ਸਕਦੀ ਹੈ? ਦੇਖੋ, ਸਭ ਤੋਂ ਪਹਿਲਾਂ ਤੇ ਉਹ SHO ਕੋਲ ਜਾਣਗੇ। ਜੀ। SHO ਜੇ ਨਹੀਂ ਦਰਜ ਕਰਦਾ ਤੇ ਉਹ SSP ਜਾਂ ਕਮਿਸ਼ਨਰ ਕੋਲ ਐਪਲੀਕੇਸ਼ਨ ਦੇਣ। ਜੀ ਜੀ। ਜੇ ਉਹ ਵੀ ਨਹੀਂ ਕਰਦੇ ਤਾਂ ਫਿਰ ਤੁਸੀਂ ਕੋਰਟ ਵਿੱਚ ਇੱਕ ਪਟੀਸ਼ਨ ਫਾਈਲ ਕਰ ਸਕਦੇ ਹੋ ਕਿ ਇਹ ਮੇਰਾ ਪਰਚਾ ਬਣਦਾ ਆ। ਜੀ ਜੀ। ਸੁਪਰੀਮ ਕੋਰਟ ਨੇ ਇੱਕ ਲਲਿਤਾ ਕੁਮਾਰੀ ਕੇਸ, ਬੜਾ ਹੀ ਇੰਪੋਰਟੈਂਟ ਕਨਸਟੀਟਿਊਸ਼ਨ ਬੈਂਚ ਦਾ ਕੇਸ ਹੈ, ਜਿਸ 'ਚ ਉਹਨਾਂ ਨੇ ਕਿਹਾ ਕਿ ਜਿਹੜਾ FIR ਬਣਦੀ ਹੈ ਪੁਲਿਸ ਦੀ ਡਿਊਟੀ ਹੈ ਉਹਨੂੰ ਦਰਜ ਕਰਨਾ। ਜੀ ਜੀ। ਜੇ ਨਹੀਂ ਦਰਜ ਕਰਨਗੇ ਤਾਂ ਆਪਾਂ ਉਸ ਬਾਰੇ ਹਾਈ ਕੋਰਟ ਵੀ ਪਟੀਸ਼ਨ ਪਾ ਸਕਦੇ ਹਾਂ ਤਾਂ ਕਿ ਉਸ ਪੁਲਿਸ ਆਫੀਸ਼ੀਅਲ ਨੂੰ ਇੱਕ ਸਜ਼ਾ ਮਿਲੇ ਕਿ ਉਹ ਇਲੀਗਲ ਕੰਮ ਕਰ ਰਿਹਾ ਹੈ। ਜੀ ਜੀ। ਤੇ ਤੁਸੀਂ ਦੇਖਦੇ ਹੋਵੋਗੇ ਕਿ ਸਾਡੇ ਅੱਜ ਦੇ ਸਮਾਜ ਵਿੱਚ ਰੇਪ ਵਰਗੀਆਂ ਘਿਨਾਉਣੀਆਂ ਹਰਕਤਾਂ ਜਿਹੜੀਆਂ ਹਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਔਰ ਘਟਨਾਵਾਂ ਵੀ ਇੰਨੀਆਂ ਘਿਨਾਉਣੀਆਂ ਕਿ ਬੰਦੇ ਦੀ ਰੂਹ ਕੰਬ ਜਾਂਦੀ ਹੈ ਇੱਕ ਵਾਰੀ ਸੁਣ ਕੇ। ਤੇ ਰੇਪ ਕਈ ਤਰ੍ਹਾਂ ਦੇ ਪਾਏ ਜਾਂਦੇ ਨੇ, ਕਿ ਇੱਕ ਤਾਂ ਹੋ ਗਿਆ ਨਾਨ ਮੈਰਿਟਲ ਰੇਪ, ਹੈ ਨਾ, ਜਿਹਦੇ ਨਾਲ ਕੋਈ ਉਸ ਔਰਤ ਦਾ ਜਾਂ ਲੇਡੀ ਜਾਂ ਲੜਕੀ ਦਾ ਕੋਈ ਸੰਬੰਧ ਨਹੀਂ ਹੈ। ਇੱਕ ਹੈਗਾ ਕਿ ਮੈਰਿਟਲ ਰੇਪ। ਇਹ ਦੋਨੋਂ ਚੀਜ਼ਾਂ ਕੀ ਨੇ, ਸਾਡੇ ਦਰਸ਼ਕਾਂ ਨੂੰ ਥੋੜਾ ਦੱਸੋ। ਦੇਖੋ, ਰੇਪ ਬਹੁਤ ਗੰਦੀ ਚੀਜ਼ ਹੈ ਜੀ। ਤੁਸੀਂ ਜਾਨਵਰ ਔਰ ਤੁਹਾਡੇ 'ਚ ਕੀ ਫਰਕ ਹੈ, ਤੁਹਾਨੂੰ ਸੁਸਾਇਟੀ ਸੋਸ਼ਲ ਵਿੱਚ ਕਿਉਂ ਲੈ ਕੇ ਆਏ ਨੇ? ਜੀ ਜੀ ਜੀ। ਇੱਕ ਤਾਂ ਹੁੰਦਾ ਹੈ ਕਿ ਤੁਸੀਂ ਕਿਸੇ ਕੁੜੀ ਦੇ ਨਾਲ, ਤੁਸੀਂ ਆਮ ਲੇਡੀ ਨਾਲ ਰੇਪ ਕਰਦੇ ਹੋ ਜੀ ਜੀ, ਬਿਨਾਂ ਤੁਹਾਡੇ ਕੋਈ ਰਿਲੇਸ਼ਨਸ਼ਿਪ ਤੋਂ। ਜੀ। ਉਹ ਤਾਂ ਸਿੰਪਲ। ਹੁਣ ਮੈਰਿਟਲ ਰੇਪ ਇਜ਼ ਆਪਣੀ ਵਾਈਫ ਨਾਲ ਰੇਪ ਕਰਨਾ। ਜੀ ਜੀ। ਜਿੱਦਾਂ ਅਸੀਂ ਕਈ ਵਾਰੀ ਦੇਖਿਆ ਹੈ ਕਿ ਐਵਰੀ ਲੇਡੀ ਹੈਜ਼ ਅ ਰਾਈਟ ਟੂ ਸੇ ਨੋ, ਈਵਨ ਅ ਵਾਈਫ ਹੈਜ਼ ਅ ਰਾਈਟ ਟੂ ਸੇ ਨੋ। ਤੁਹਾਡੀ ਵਾਈਫ ਵੀ ਕਹਿ ਸਕਦੀ ਹੈ ਮੈਨੂੰ ਅੱਜ ਮੈਂ ਤੁਹਾਡੇ ਨਾਲ ਸੰਭੋਗ ਨਹੀਂ ਕਰਨਾ। ਹਾਂ, ਉਹਦੇ ਚ ਵੀ ਮਤਲਬ ਅਗਰ ਉੱਥੇ ਹਸਬੈਂਡ ਜ਼ਬਰਦਸਤੀ ਕਰਦਾ ਹੈ, ਦੈਟ ਇਜ਼ ਆਲਸੋ ਅ ਰੇਪ। ਜੀ ਜੀ। ਇਹ ਬਹੁਤ ਹੀ ਮਹੱਤਵਪੂਰਨ ਜਾਣਕਾਰੀ, ਕਿਉਂਕਿ ਸਾਡੀ ਆਮ ਜਨਤਾ ਨੂੰ ਇਹ ਚੀਜ਼ ਪਤਾ ਹੀ ਨਹੀਂ ਕਿ ਵਿਆਹ ਵਿੱਚ ਵੀ ਜਿਹੜਾ ਇਹ ਰਿਸ਼ਤਾ ਹੈਗਾ ਬਿਨਾਂ ਮਰਜ਼ੀ ਦੇ ਆ ਤਾਂ ਉਹਨੂੰ ਆਪਾਂ ਰੇਪ ਕਹਿ ਸਕਦੇ ਹਾਂ। ਤੇ ਹੁਣ ਜਿਹੜੀ ਸਰੀਰਕ ਉਤਪੀੜਨਾ ਹੋ ਗਈ, ਸੈਕਸ਼ੂਅਲ ਹਰਾਸਮੈਂਟ ਹੋ ਗਈ 354 ਦੇ ਵਿੱਚ, ਉਹ ਜਿਹੜੀ ਕੰਮ ਕਰਨ ਵਾਲੀ ਜਗ੍ਹਾ ਉੱਤੇ ਸੈਕਸ਼ੂਅਲ ਹਰਾਸਮੈਂਟ ਹੈ, ਉਹਦੇ ਬਾਰੇ ਸਾਨੂੰ ਦੱਸੋ ਕਿ ਕੀ ਉਹਦੀਆਂ ਵਿਵਸਥਾਵਾਂ ਨੇ। ਦੇਖੋ, ਹੁਣ ਤਾਂ ਕਾਫੀ ਜ਼ਿਆਦਾ ਇਹਨਾਂ ਨੇ ਕਾਨੂੰਨ ਬਣਾਤੇ ਨੇ ਕਿ ਜਿੱਦਾਂ ਵਰਕ ਪਲੇਸ ਦੇ ਉੱਤੇ ਜੇ ਤੁਹਾਨੂੰ ਕੋਈ ਤੰਗ ਕਰ ਰਿਹਾ ਹੈ ਤੇ ਇੱਕ ਕਮੇਟੀ ਹੋਏਗੀ ਜਿਹਦੀ ਫੀਮੇਲ ਇਜ਼ ਹੈਡ ਹੋਏਗੀ, ਉਹ ਕਮੇਟੀ ਇਨਵੈਸਟੀਗੇਟ ਕਰੇਗੀ ਇੰਟਰਨਲ, ਤੇ ਜਿਹਨੇ ਇੱਕ ਤੰਗ ਕਰ ਰਿਹਾ ਉਹ ਡਿਸਮਿਸ ਹੋਏਗਾ। ਇਸ ਤੋਂ ਇਲਾਵਾ FIR ਵੀ ਦਰਜ ਹੋ ਸਕਦੀ ਹੈ। ਸੋ ਇਹ ਕਾਫੀ ਤੁਸੀਂ ਆਪਣੇ ਹੱਕਾਂ ਵਾਸਤੇ ਲੜੋ, ਕਿਉਂਕਿ ਅਸੀਂ ਕਾਫੀ ਵਾਰੀ ਦੇਖਿਆ ਕਿ ਵਰਕ ਪਲੇਸ ਦੇ ਉੱਤੇ ਵੀ ਲੋਕ ਕਾਫੀ ਤੰਗ ਕਰਦੇ ਨੇ ਔਰ ਲੋਕ ਆਪਣੀ ਕੈਰੀਅਰ ਨੂੰ ਦੇਖ ਕੇ ਜਾਂ ਆਪਣੀ ਬੇਇੱਜ਼ਤੀ ਸਮਝ ਕੇ ਅੱਗੇ ਦੱਸਦੇ ਨਹੀਂ ਹੈ। ਜੀ ਜੀ ਬਿਲਕੁਲ। ਸੋ ਦੇਖੋ, ਜੇ ਗਵਰਨਮੈਂਟ ਤੁਹਾਡੇ ਨਾਲ ਹੈ ਤੇ ਤੁਸੀਂ ਆਪਣਾ ਹੱਕ ਪੂਰਾ ਵਰਤੋ, ਕੈਰੀਅਰ ਹਮੇਸ਼ਾ ਬਣੇਗਾ। ਪਰ ਸੋਚੋ, ਜੇ ਤੁਸੀਂ ਉਹ ਸੈਕਸ਼ੂਅਲ ਹਰਾਸਮੈਂਟ ਵਰਕ ਪਲੇਸ ਤੇ ਰਿਪੋਰਟ ਨਹੀਂ ਕੀਤੀ ਤੇ ਸਾਈਕੋਲੋਜੀਕਲੀ ਤੁਸੀਂ ਸਾਰੀ ਜ਼ਿੰਦਗੀ ਵਾਸਤੇ ਆਪਣੇ ਆਪ ਨੂੰ ਮਾਫ ਨਹੀਂ ਕਰ ਸਕੋਗੇ। ਜੀ ਜੀ। ਸੋ ਕੈਰੀਅਰ ਕੋਈ ਫਰਕ ਨਹੀਂ ਪੈਂਦਾ ਜਦੋਂ, ਕਿਉਂਕਿ ਹੁਣ ਇੱਕ ਸਪੈਸ਼ਲ ਕਮੇਟੀ ਬਣਾਈ ਗਈ ਹੈ ਨਵੇਂ ਐਕਟ ਥੱਲੇ, ਜਿਹਦੇ ਵਿੱਚ ਉਹ ਕਮੇਟੀ ਸਾਰੀ ਇੰਕੁਆਇਰ ਕਰੇਗੀ ਔਰ ਇਨਵੈਸਟੀਗੇਟ ਕਰਨ ਤੋਂ ਬਾਅਦ ਅਗਰ ਉਹ ਕੰਪਲੇਂਟ ਸਹੀ ਪਾਈ ਜਾਂਦੀ ਹੈ ਤੇ ਜਿਹੜਾ ਬੌਸ ਹੈ ਉਸ ਨੂੰ ਪਰੇ ਵੀ ਕੀਤਾ ਜਾਂਦਾ, ਡਿਸਮਿਸ ਵੀ ਕੀਤਾ ਜਾ ਸਕਦਾ, ਪਲੱਸ FIR ਤਾਂ ਦਰਜ ਹੋਣੀ ਹੈ। ਜੀ ਜੀ। ਸੋ ਮੈਂ ਕਈ ਵਾਰੀ ਦੇਖਿਆ ਹੈ ਕਿ ਲੇਡੀ ਆਪਣੇ ਆਪ ਨੂੰ ਕਈ ਵਾਰੀ ਸੋਚਦੀ ਰਹਿੰਦੀ ਹੈ ਕਿ ਮੈਂ ਕੰਪਲੇਂਟ ਕਰਾਂਗੀ ਤੇ ਮੇਰੀ ਬੇਇੱਜ਼ਤੀ ਹੋਏਗੀ, ਥੋੜੀ ਹਿਚਕਿਚਾਹਟ ਹੁੰਦੀ ਹੈ। ਦੇਖੋ, ਬੇਇੱਜ਼ਤੀ ਤੁਸੀਂ ਇਹ ਸੋਚੋ ਕਿ ਤੁਸੀਂ ਰੋਜ਼ ਮਰ ਰਹੇ ਹੋ ਆਪਣੀ ਨਾ ਕੰਪਲੇਂਟ ਕਰਕੇ, ਘਰ ਵਿੱਚ ਕਿਸੇ ਨਾਲ ਡਿਸਕਸ ਨਾ ਕਰਕੇ, ਰੋਜ਼ ਟੈਨਸ਼ਨ 'ਚ ਹੁੰਦੇ ਹੋ ਕਿ ਮੇਰੇ ਨਾਲ ਇਹ ਹੋਇਆ ਸੀਗਾ। ਜੀ ਜੀ ਬਿਲਕੁਲ। ਕਈ ਵਾਰੀ 40 ਸਾਲ ਪਹਿਲਾਂ ਵੀ ਕੁਝ ਹੋਇਆ ਹੁੰਦਾ, ਤੁਹਾਡੇ ਮਨ 'ਚ ਇੱਕ ਉਹ ਡਰ ਪੈ ਜਾਂਦਾ ਹੈ ਕਿ ਇੱਦਾਂ ਦੀ। ਸੋ ਆਪਣੇ ਉਸ ਗੁਬਾਰ ਨੂੰ ਉਸੇ ਟਾਈਮ ਕੱਢ ਦਿਓ ਤਾਂ ਕਿ ਤੁਸੀਂ ਲੋਕਾਂ ਆਪਣੇ ਮਨ ਨੂੰ ਤਾਂ ਸੈਟੀਸਫਾਈ ਕਰ ਸਕੋ ਕਿ ਹਾਂ ਮੈਂ ਐਕਸ਼ਨ ਲਿਆ ਸੀ। ਲੋਕਾਂ ਨੂੰ ਤਾਂ ਅਸੀਂ ਕੀ ਸੈਟੀਸਫਾਈ ਕਰਨਾ, ਉਹ ਤਾਂ ਕਦੀ ਹੁੰਦਾ ਹੀ ਨਹੀਂ। ਤੇ ਵਕੀਲ ਸਾਹਿਬ, ਜਿਹੜਾ ਕਿ ਸੈਕਸ਼ੂਅਲ ਹਰਾਸਮੈਂਟ ਦੀ ਸ਼ਿਕਾਇਤ ਹੋ ਗਈ ਤੇ ਇੱਕ ਜਿਹੜੀ ਰੇਪ ਦੀ ਸ਼ਿਕਾਇਤ ਹੋ ਗਈ, ਕੰਪਲੇਂਟ ਹੋ ਗਈ, ਇਹ ਦੋਨਾਂ ਮੈਟਰਸ ਵਿੱਚ ਜਿਹੜੀ ਪੀੜਤਾ ਹੈਗੀ ਹੈ ਉਹੀ ਕੰਪਲੇਂਟ ਕਰ ਸਕਦੀ ਹੈ ਜਾਂ ਕੋਈ ਹੋਰ ਵੀ ਕਰ ਸਕਦਾ? ਦੇਖੋ, ਪੀੜਤਾ ਨੂੰ ਆਪਣੀ ਸਟੇਟਮੈਂਟ ਤਾਂ ਲਿਖਾਣੀ ਪਏਗੀ, ਪਰ ਉਹਨਾਂ ਨੇ ਮੈਂਡੇਟਰੀ ਕਰਤਾ ਹੈ ਕਿ ਜੇ ਪੁਲਿਸ ਆਫੀਸ਼ੀਅਲ ਲੇਡੀ ਹੈ ਤੇ ਐਦਾਂ ਦੇ ਕੇਸਾਂ ਵਿੱਚ ਲੇਡੀ ਹੀ ਕੰਪਲੇਂਟ ਦੇ ਬਿਆਨ ਲਿਖੇ ਔਰ ਲੇਡੀ ਹੀ ਇਨਵੈਸਟੀਗੇਟ ਕਰੇ। ਕਿਉਂਕਿ ਕਈ ਵਾਰੀ ਆਦਮੀ ਦੇ ਨਾਲ ਆਦਮੀ ਮਜ਼ਾਕ ਉਡਾਉਣ ਲੱਗ ਪੈਂਦੇ ਨੇ, ਕਈ ਵਾਰੀ ਅਸੀਂ ਦੇਖਿਆ ਤਾਂ ਲੇਡੀ ਦੇ ਨਾਲ ਉਹ ਖੋਲ ਕੇ ਆਪਣੀ ਗੱਲ ਕਰ ਸਕਦੇ ਨੇ। ਸੋ
ਇਸ ਲਈ ਹੁਣ ਬਿਆਨ ਕਾਨੂੰਨ ਬਣ ਰਹੇ ਨੇ, ਜੀ ਜੀ ਪਰ ਅਸੀਂ ਜਦ ਤੱਕ ਕਾਨੂੰਨ ਲਾਗੂ ਅਸੀਂ ਕਰਨਾ ਹੈ। ਜੀ ਜੀ ਸੋ ਸਾਨੂੰ ਸਾਰਿਆਂ ਨੂੰ ਆਪਣੇ ਹੱਕ ਜ਼ਰੂਰ ਪਤਾ ਹੋਣੇ ਚਾਹੀਦੇ ਨੇ। ਜੀ ਜੀ ਵਕੀਲ ਸਾਹਿਬ, ਤੁਸੀਂ ਸਾਡੇ ਸਟੂਡੀਓ ਵਿੱਚ ਆ ਕੇ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਵਡਮੁੱਲੀ ਜਿਹੜੀ ਜਾਣਕਾਰੀ ਪ੍ਰਦਾਨ ਕੀਤੀ ਹੈ, ਜਿਹੜੀ ਕਿ ਸ਼ਾਇਦ ਸਾਡੇ ਦਰਸ਼ਕਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀਗੀ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ।